हाँ जी दोस्तों 12वीं जमात वालिਆਂ ਦਾ ਲਾਜ਼ਮੀ ਪੰਜਾਬੀ ਦਾ ਪੇਪਰ ਜੋ ਕਿ ਹੋਣ ਜਾ ਰਿਹਾ ਹੈ ਪ੍ਰੀ ਬੋਰਡ ਦਾ। ਸੋ ਬੱਚਿਓ ਸੈਂਪਲ ਪੇਪਰ ਬਹੁਤ ਹੀ ਇੰਪੋਰਟੈਂਟ ਹੈ ਜਿਹੜੇ ਕਿ ਬੋਰਡ ਨੇ ਇਸ਼ੂ ਕੀਤੇ। ਚਲੋ ਆਪਾਂ ਇਹਦਾ ਸੋਲੂਸ਼ਨ ਦੇਖਦੇ ਹਾਂ। ਤਾਂ ਵੀਡੀਓ ਨੂੰ ਲਾਈਕ ਕਰ ਦਿਓ ਐਂਡ ਸ਼ੇਅਰ ਜ਼ਰੂਰ ਕਰ ਦਿਓ। ਸੋ ਬੱਚਿਓ ਦੇਖੋ ਫਸਟ ਤੁਹਾਡਾ ਜਿਹੜਾ 5 ਅੰਕ ਤੁਹਾਨੂੰ ਦਿੱਤੇ ਗਏ ਆ ਸੁੰਦਰ ਲਿਖਾਈ ਦੇ, ਇਸ ਕਰਕੇ ਤੁਸੀਂ ਵਧੀਆ ਰਾਈਟਿੰਗ ਵਿੱਚ ਆਨਸਰ ਲਿਖਣਾ ਹੈ। ਠੀਕ ਹੈ, ਉਸ ਤੋਂ ਬਾਅਦ ਸੈਕਿੰਡ ਸਟਾਰਟ ਹੁੰਦਾ ਹੈ ਮਲਟੀਪਲ ਓਬਜੈਕਟਿਵ ਟਾਈਪ ਕੁਐਸਚਨਸ। ਉਹਦੇ ਵਿੱਚੋਂ ਦੇਖੋ 2-2 ਨੰਬਰ ਦੇ ਤੁਹਾਡੇ 5-5 ਹੋਣੇ ਆ, ਜਿਵੇਂ ਕਿ 5 ਤੁਹਾਡੇ ਪਹਿਲਾਂ ਹੈਗੇ ਆ, ਇੱਕ ਸ਼ਬਦਾਂ ਵਿੱਚ ਤੁਸੀਂ ਆਨਸਰ ਦੇਣਾ ਇਹਨਾਂ ਦੇ। ਸੋ ਧਿਆਨ ਨਾਲ ਲਿਖਣਾ ਹੈ ਕਿਉਂਕਿ 2 ਨੰਬਰ ਦਾ 1 ਹੈ। ਸੋ ਬੱਚਿਓ ਦੇਖੋ ਪਹਿਲਾ ਜਿਹੜਾ ਪ੍ਰਸ਼ਨ ਹੈ ਕਿ ਆਪਣਾ ਦੇਸ਼ ਕਹਾਣੀ ਦੇ ਕਿਸੇ ਇੱਕ ਪਾਤਰ ਦਾ ਨਾਂ ਲਿਖਣਾ ਹੈ ਤੁਸੀਂ। ਇਹਦੇ ਵਿੱਚ ਤੁਸੀਂ ਲਿਖ ਦੇਣਾ ਨਰਿੰਜਨ ਸਿੰਘ। ਠੀਕ ਹੈ, ਨਰਿੰਜਨ ਸਿੰਘ। ਸੈਕਿੰਡ, ਦਲੀਪ ਕੌਰ ਟਿਵਾਣਾ ਦੀ ਕਿਹੜੀ ਕਹਾਣੀ ਪੰਜਾਬੀ ਪੁਸਤਕ 12 ਪਾਸ ਪੁਸਤਕ ਵਿੱਚ ਸ਼ਾਮਿਲ ਹੈ? ਇਹਦੇ ਵਿੱਚ ਆਨਸਰ ਆਉਣਾ ਸਤੀਆਂ ਸਈ। ਠੀਕ ਹੈ, ਸਤੀਆਂ ਸਈ ਤੁਹਾਨੂੰ ਪਤਾ ਹੀ ਹੈ, ਉਹਦਾ ਆਨਸਰ ਆਏਗਾ। ਥਰਡ ਬੱਚਿਓ, ਛਪਾਰ ਦਾ ਮੇਲਾ ਕਿਸ ਦੀ ਯਾਦ ਵਿੱਚ ਲੱਗਦਾ ਹੈ? ਸਾਰਿਆਂ ਨੂੰ ਪਤਾ ਹੋਣਾ ਹੈ, ਗੁੱਗੇ ਦੀ ਯਾਦ ਵਿੱਚ। ਗੁੱਗੇ ਦੀ ਯਾਦ ਵਿੱਚ ਲੱਗਦਾ ਹੈ। ਉਸ ਤੋਂ ਬਾਅਦ ਫੋਰਥ ਪ੍ਰਸ਼ਨ ਹੈਗਾ ਇਸਤਰੀਆਂ ਦੇ ਕਿਸੇ 2 ਲੋਕ ਨਾਚ ਦਾ ਨਾਮ ਲਿਖੋ। ਤੁਸੀਂ ਇਹਦੇ ਵਿੱਚ ਲਿਖ ਦੇਣਾ ਹੈ ਗਿੱਧਾ, ਕਿੱਕਲੀ। ਠੀਕ ਹੈ, ਹੋਰ ਕੀ ਲਿਖ ਸਕਦੇ ਹੋ ਤੁਸੀਂ ਇਹਦੇ ਵਿੱਚ? ਸੰਮੀ ਲਿਖ ਸਕਦੇ ਆ। ਗਿੱਧਾ, ਸੰਮੀ, ਕਿੱਕਲੀ 3 ਲਿਖ ਦਿਓ, ਕੋਈ ਨਹੀਂ 2 ਪੁੱਛਿਆ 3 ਲਿਖ ਦਿਓ। ਫਿਫਥ ਬੱਚਿਓ, ਵਗਦੇ ਪਾਣੀ ਨਾਂ ਦੀ ਕਵਿਤਾ ਦੇ ਕਵੀ ਕੌਣ ਹਨ? ਸੋ ਵਗਦੇ ਪਾਣੀ ਤੋਂ ਯਾਦ ਰੱਖੋ ਡਾਕਟਰ ਦੀਵਾਨ ਸਿੰਘ ਕਾਲੇ ਪਾਣੀ। ਠੀਕ ਹੈ, ਡਾਕਟਰ ਦੀਵਾਨ ਸਿੰਘ ਕਾਲੇ ਪਾਣੀ ਨੇ ਵਗਦੇ ਪਾਣੀ ਕਵਿਤਾ ਲਿਖਿਆ ਹੋਇਆ। ਸੋ ਇਹ ਤੁਸੀਂ ਕਰੋਗੇ 5 ਕਰੋਗੇ 10 ਨੰਬਰ ਤੁਹਾਡੇ ਈਜ਼ੀਲੀ ਮਿਲ ਜਾਣੇ ਹੈ। ਉਸ ਤੋਂ ਬੱਚਿਓ 5 ਤੁਹਾਡੇ ਮਲਟੀਪਲ ਚੋਇਸ ਹੈਗੇ ਆ। ਸੋ ਜਿਹਦੇ ਵਿੱਚ ਦੇਖੋ ਕਿ ਪਹਿਲਾ ਹੈ ਕਿ ਨੀਲੀ ਕਹਾਣੀ ਵਿੱਚ ਗਵਾਲੇ ਦਾ ਚਰਿੱਤਰ ਦਾ ਗੁਣ ਕਿਹੜਾ ਹੈ? ਉਹਦਾ ਕਿਹੜਾ ਹੈ? ਵਪਾਰਿਕ ਰੁਚੀ ਵਾਲਾ। ਠੀਕ ਹੈ, ਸੱਸਾ ਇਜ਼ ਦਾ ਰਾਈਟ ਆਨਸਰ। ਉਸ ਤੋਂ ਬਾਅਦ ਬੱਚਿਓ ਸੈਕਿੰਡ ਦੇਖੋ ਜੀਤੋ ਕਿਹੜੀ ਕਹਾਣੀ ਦੇ ਮੁੱਖ ਪਾਤਰ ਹੈ? ਜੀਤੋ ਕਿਹੜੀ ਕਹਾਣੀ ਦੇ ਮੁੱਖ ਪਾਤਰ ਹੈ? ਘਰ ਜਾ ਆਪਣੇ। ਉਸ ਤੋਂ ਬਾਅਦ ਥਰਡ ਵਨ ਇਜ਼ ਕਿ ਰਿਗਵੇਦ ਦੇ ਸਮੇਂ ਪੰਜਾਬ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਸੀ? ਸਪਤ ਸਿੰਧੂ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ, ਇਹ ਵਾਲਾ ਸਾਰੇ ਬੱਚਿਆਂ ਨੂੰ ਪਤਾ ਹੋਣਾ। ਉਸ ਤੋਂ ਬਾਅਦ ਬੱਚਿਓ ਫੋਰਥ ਹੈਗਾ ਮਨੁੱਖ ਵਿੱਚ ਖੇਡਣ ਦਾ ਗੁਣ ਕਿਸ ਨੇ ਭਰਿਆ ਹੈ? ਕਿਸ ਨੇ ਭਰਿਆ ਹੈ? ਕੁਦਰਤ ਨੇ ਭਰਿਆ ਹੋਇਆ ਹੈ। ਠੀਕ ਹੈ, ਉਸ ਤੋਂ ਬਾਅਦ ਬੱਚੇ ਪੰਜਵਾਂ ਪ੍ਰਸ਼ਨ ਹੈਗਾ ਸਾਡਾ ਕਿ ਤਾਜ ਮਹਿਲ ਕਵਿਤਾ ਪੜ੍ਹ ਕੇ ਕਵੀ ਦੀ ਹਮਦਰਦੀ ਕਿਸ ਧਿਰ ਵੱਲ ਜਾਪਦੀ ਹੈ? ਸੋ ਕਿਸ ਧਿਰ ਵੱਲ? ਸ਼ੋਸ਼ਿਤ ਧਿਰ ਵੱਲ ਜ਼ਿਆਦਾ ਜਾਪਦੀ ਹੈ। ਠੀਕ ਹੈ, ਉਸ ਤੋਂ ਬਾਅਦ ਬੱਚੇ ਤੁਹਾਡੇ ਆ ਜਾਂਦੇ ਆ 5 ਸਹੀ ਗਲਤ। ਠੀਕ ਹੈ, 10 ਨੰਬਰ ਫਿਰ ਉੱਪਰ ਤੁਹਾਡੇ ਪੂਰੇ ਹੋ ਗਏ। ਉਸ ਤੋਂ ਬਾਅਦ 5 ਸਹੀ ਗਲਤ ਹੈ, ਜਿਹਦੇ ਵਿੱਚ ਪਹਿਲਾ ਹੈ ਕਿ ਕਹਾਣੀਕਾਰ ਪ੍ਰੇਮ ਪ੍ਰਕਾਸ਼ ਦੀ ਪਤਨੀ ਦਾ ਰਿਕਸ਼ੇ ਵਾਲੇ ਨਾਲ ਝਗੜਾ ਇਸ ਲਈ ਹੋਇਆ ਕਿਉਂਕਿ ਉਹ ਤੈਅ ਕੀਤੇ ਗਏ ਪੈਸੇ ਮੰਗਦਾ ਸੀ? ਨਹੀਂ, ਗਲਤ। ਤੈਅ ਕੀਤੇ ਗਏ ਪੈਸੇ ਤੋਂ ਜ਼ਿਆਦਾ ਮੰਗਦਾ ਸੀ। ਸੋ ਇਹ ਗਲਤ ਆਏਗਾ। ਸੈਕਿੰਡ, ਨੀਲੀ ਦੀ ਵੱਛੀ ਦੀ ਸ਼ਕਲ ਨੀਰਪੂਰੀ ਨੀਲੀ ਵਰਗੀ ਸੀ। ਬਿਲਕੁਲ ਸਹੀ। ਥਰਡ, ਅੰਗਰੇਜ਼ੀ ਭਾਸ਼ਾ ਵਿੱਚ ਸੱਭਿਆਚਾਰ ਲਈ ਕਲਚਰ ਸ਼ਬਦ ਵਰਤਿਆ ਗਿਆ ਹੈ। ਬਿਲਕੁਲ ਸਹੀ। ਠੀਕ ਹੈ, ਰਾਈਟ ਆਏਗਾ। ਉਸ ਤੋਂ ਬਾਅਦ ਬੱਚੇ ਪੰਜਵਾਂ ਚੌਥਾ ਬਾਗ ਦੀ ਕਢਾਈ ਦੀ ਲੋਕ ਕਲਾ ਵਿੱਚ ਵਿਸ਼ੇਸ਼ ਥਾਂ ਨਹੀਂ। ਇਹ ਕੀ ਆਏਗਾ? ਗਲਤ ਆਏਗਾ। ਵਿਸ਼ੇਸ਼ ਥਾਂ ਹੈ। ਠੀਕ ਹੈ, ਉਸ ਤੋਂ ਬਾਅਦ ਬੱਚੇ ਲਾਸਟ ਵਨ ਕਿ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਕਵਿਤਾ 'ਚ ਕਵੀ ਨੂੰ ਮਨੁੱਖਾਂ ਦੀ ਪੂਜਾ ਦੀ ਥਾਂ 'ਤੇ ਠਿਕਰਿਆਂ ਦੀ ਪੂਜਾ ਕਰਨ ਦਾ ਦੁੱਖ ਹੈ। ਬਿਲਕੁਲ ਸਹੀ। ਠੀਕ ਹੈ, ਇਹ ਸਹੀ ਆਏਗਾ। ਸੋ ਬੱਚਿਓ ਟਰੂ ਫਾਲਸ ਯਾਦ ਰੱਖਣੇ ਆ। ਪਹਿਲਾ ਗਲਤ ਹੈ, ਉਸ ਤੋਂ ਬਾਅਦ ਸਹੀ ਸਹੀ ਗਲਤ ਸਹੀ। ਠੀਕ ਹੈ, ਉਸ ਤੋਂ ਬਾਅਦ ਤੁਸੀਂ ਫੀਲਿੰਗ ਦੇ ਬਲੈਂਕਸ ਕਰਨੇ ਆ। ਠੀਕ ਹੈ, ਇਹ ਵੀ 2-2 ਨੰਬਰ ਦੇ ਆ। 5 ਫੀਲਿੰਗ ਦੇ ਬਲੈਂਕਸ ਹੈ, ਜਿਹਦੇ ਵਿੱਚ ਪਹਿਲਾ ਹੈ ਕਿ ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਡੈਸ਼ ਜੀਨ। ਇਹਦੇ ਵਿੱਚ ਕੀ ਆਏਗਾ? ਬੱਚੇ ਜੀਨ। ਠੀਕ ਹੈ, ਮੇਰੇ ਬੱਚੇ ਜੀਨ। ਉਸ ਤੋਂ ਬਾਅਦ ਸੈਕਿੰਡ ਹੈ ਬੱਚੇ ਘੜੇ ਨੂੰ ਹੱਥ ਲਾਇਆ ਸਾਰਾ ਟੱਬਰ ਤੇ ਆਇਆ। ਇਹਦੇ ਵਿੱਚ ਕੀ ਆਉਣਾ? ਸਾਰਾ ਟੱਬਰ। ਠੀਕ ਹੈ, ਆਹ ਵਾਲਾ ਟੱਬਰ ਲਿਖਣਾ ਤੁਸੀਂ। ਥਰਡ ਵਨ ਦੇਖੋ ਬੱਚਿਓ, ਥਰਡ ਵਨ ਹੈਗਾ ਆ ਕਿ ਪੰਜਾਬੀਆਂ ਵਿੱਚ ਵਿਦੇਸ਼ ਜਾਣ ਦਾ ਰੁਝਾਨ ਡੈਸ਼ ਹੈ। ਇਹ ਤੁਸੀਂ ਮੈਨੂੰ ਦੱਸੋ ਕਮੈਂਟ ਕਰਕੇ, ਵੱਧ ਗਿਆ ਕਿ ਘਟ ਗਿਆ ਹੈ? ਕੀ ਹੋਇਆ ਆ? ਠੀਕ ਹੈ, ਓਬਵੀਅਸ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ +2 ਕਰਕੇ ਕਿੱਥੇ ਜਾਣਾ ਹੈ। ਉਸ ਤੋਂ ਬਾਅਦ ਬੱਚੇ ਨੈਕਸਟ ਪ੍ਰਸ਼ਨ ਸਾਡਾ ਹੈਗਾ ਕਿ ਡੈਸ਼ ਪੰਜਾਬ ਦਾ ਸਰਤਾਜ ਲੋਕ ਨਾਚ ਹੈ। ਕਿਹੜਾ ਆ? ਗਿੱਧਾ। ਠੀਕ ਹੈ, ਇਹਦੇ ਵਿੱਚ ਗਿੱਧਾ ਆਏਗਾ। ਉਸ ਤੋਂ ਬਾਅਦ ਨੈਕਸਟ ਵਨ ਬੱਚੇ ਲਾਸਟ ਹੈ ਕਿ ਕਵਿਤਾ ਦੋਸਤਾਂ ਵਿੱਚ ਕਵੀ ਨੂੰ ਮਨੁੱਖ ਦੀ ਮੰਜ਼ਿਲ ਡੈਸ਼ ਦੀ
ਤੇ ਨਜ਼ਰ ਆਉਂਦੀ ਹੈ 2 ਕਦਮਾਂ ਦੀ ਵਿੱਥ ਤੇ। ਠੀਕ ਹੈ, ਸੋ ਦੇਖ ਲਓ ਬੱਚੇ, ਇੱਕ ਵਾਰੀ ਰਿਵਾਈਜ਼ ਕਰ ਲਓ। ਠੀਕ ਹੈ, ਜਿਹੜੇ ਆਪਾਂ ਹੁਣੀ ਕਰਕੇ ਹਟੇ ਉਹਨਾਂ ਦੇ ਆਨਸਰਸ। ਆਪਣਾ ਦੇਸ਼ ਕਹਾਣੀ ਦੇ ਇੱਕ ਪਾਤਰ ਨਾਮ ਨਿਰੰਜਨ ਸਿੰਘ। ਠੀਕ ਹੈ, ਉਸ ਤੋਂ ਬਾਅਦ ਤੁਹਾਡੀ ਦਲੀਪ ਕੌਰ ਦੀ ਕਿਹੜੀ ਪਾਠ ਪੁਸਤਕ ਵਿੱਚ ਦਰਜ ਹੋਈ ਕਵਿਤਾ ਕਹਾਣੀ ਹੈ, ਉਹ ਸਤੀਆਂ ਸਹੀ ਹੈ। ਠੀਕ ਹੈ, ਨੈਕਸਟ ਗੁੱਗੇ ਦੀ ਯਾਦ ਵਿੱਚ ਛਪਾਰ ਦਾ ਮੇਲਾ ਲੱਗਦਾ ਹੈ। ਉਸ ਤੋਂ ਬਾਅਦ ਬੱਚੇ ਇਸਤਰੀਆਂ ਦੇ ਲੋਕ ਨਾਚ ਕਿਹੜੇ, ਗਿੱਧਾ, ਸੰਮੀ ਤੇ ਕਿੱਕਲੀ। ਨੈਕਸਟ ਵਨ ਇਜ਼ ਕਿ ਵਗਦੇ ਪਾਣੀ ਕਵਿਤਾ ਕਿਸ ਦੀ ਰਚਨਾ ਹੈ, ਡਾਕਟਰ ਦੀਵਾਨ ਸਿੰਘ ਕਾਲੇ ਪਾਣੀ। ਉਸ ਤੋਂ ਬਾਅਦ ਗਵਾਲੇ ਦੇ ਚਰਿੱਤਰ ਦਾ ਗੁਣ ਕਿਹੜਾ ਹੈ, ਵਪਾਰਿਕ ਰੁਚੀ ਵਾਲਾ। ਘਰ ਜਾ ਆਪਣੇ ਕਹਾਣੀ ਦਾ ਪਾਤਰ ਕਿਹੜਾ ਹੈ, ਜੀਤੋ, ਜਾਂ ਜੀਤੋ ਕਿਹੜੀ ਕਹਾਣੀ ਦਾ ਪਾਤਰ ਹੈ, ਘਰ ਜਾ ਆਪਣੇ। ਠੀਕ ਹੈ, ਨੈਕਸਟ ਵਨ ਇਜ਼ ਰਿਗਵੇਦ ਸਮੇਂ ਪੰਜਾਬ ਨੂੰ ਸਪਤ ਸਿੰਧੂ ਕਿਹਾ ਜਾਂਦਾ ਸੀ। ਉਸ ਤੋਂ ਬਾਅਦ ਬੱਚੇ ਮਨੁੱਖ ਵਿੱਚ ਖੇਡਣ ਦਾ ਗੁਣ ਕਿੱਥੋਂ ਆਇਆ ਹੈ, ਕੁਦਰਤ ਨੇ ਭਰਿਆ ਆ। ਉਸ ਤੋਂ ਬਾਅਦ ਤਾਜ ਮਹਿਲ ਕਵਿਤਾ ਪੜ੍ਹ ਕੇ ਕਿਸ ਧਿਰ ਵੱਲ ਹਮਦਰਦੀ ਜਾਪਦੀ ਹੈ, ਸ਼ੋਸ਼ੀ ਧਿਰ ਵੱਲ। ਉਸ ਤੋਂ ਬਾਅਦ ਬੱਚੇ ਰਿਕਸ਼ੇ ਵਾਲੇ ਨੇ ਕਹਾਣੀਕਾਰ ਦੀ ਪਤਨੀ ਤੋਂ ਸਬਜ਼ੀ ਮੰਡੀ ਤੋਂ ਘਰ ਲਈ ਕਿੰਨੇ ਪੈਸੇ ਮੰਗੇ ਸਨ, 2 ਰੁਪਏ ਮੰਗੇ ਸਨ, ਪਰ ਰਿਕਸ਼ੇ ਵਾਲਾ ਦੇਖੋ ਕਿੰਨੇ ਮੰਗ ਰਿਹਾ ਸੀ, ਰਿਕਸ਼ੇ ਵਾਲਾ 3 ਰੁਪਏ ਮੰਗ ਰਿਹਾ ਸੀ। ਠੀਕ ਹੈ, ਤਾਂ ਕਰਕੇ ਜਿਹੜਾ ਇਹਦਾ ਗਲਤ ਆਇਆ ਹੈ, ਤੈਅ ਕੀਤੇ ਗਏ ਪੈਸੇ ਨਹੀਂ ਮੰਗ ਰਿਹਾ ਸੀ। ਓਕੇ, ਉਸ ਤੋਂ ਬਾਅਦ ਬੱਚੇ ਨੀਲੀ ਦੀ ਵੱਛੀ ਦੀ ਸ਼ਕਲ ਨੀਰਪੁਰੀ ਉਸੇ ਵਰਗੀ ਸੀ, ਬਿਲਕੁਲ ਸਹੀ ਹੈ ਇਹ। ਉਸ ਤੋਂ ਬਾਅਦ ਅੰਗਰੇਜ਼ੀ ਵਿੱਚ ਸੱਭਿਆਚਾਰ ਲਈ ਕਲਚਰ ਵਰਤਿਆ ਗਿਆ ਹੈ, ਬਿਲਕੁਲ ਸਹੀ। ਠੀਕ ਹੈ, ਨੈਕਸਟ ਬੱਚੇ ਬਾਗ ਦੀ ਕਢਾਈ ਦੀ ਲੋਕ ਨਾਚ ਵਿੱਚ ਵਿਸ਼ੇਸ਼ ਥਾਂ ਨਹੀਂ, ਇਹ ਦੇਖੋ ਕਾ ਵਾਲਾ ਹੈ, ਇਹ ਗਲਤ ਹੈ। ਠੀਕ ਹੈ, ਉਸ ਤੋਂ ਬਾਅਦ ਬੱਚੇ ਨੈਕਸਟ ਹੈਗਾ ਕਿ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਕਵਿਤਾ ਵਿੱਚ ਮਨੁੱਖਾਂ ਦੇ ਠਿਕਰੀ ਦੀ ਪੂਜਾ ਕਰਨ ਦੁੱਖ ਹੈ, ਬਿਲਕੁਲ ਸਹੀ, ਇਹ ਸਹੀ ਆਏਗਾ ਤੁਹਾਡਾ। ਅੱਗੇ ਬੱਚੇ ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀਣ। ਠੀਕ ਹੈ, ਫੀਲਿੰਗ ਦ ਬਲੈਂਕਸ, ਬੱਚੇ ਆਉਣਾ ਆ। ਘਰ ਨੂੰ ਘੜੇ ਨੂੰ ਹੱਥ ਲਾਇਆ ਸਾਰਾ ਟੱਬਰ ਤੇ ਆਇਆ, ਦੇਖੋ ਟੱਬਰ ਆਏਗਾ ਇਹਦੇ ਵਿੱਚ ਸੈਕਿੰਡ ਦੇ ਵਿੱਚ। ਉਸ ਤੋਂ ਬਾਅਦ ਜਿਹੜੇ ਪ੍ਰਦੇਸ਼ ਲੋਕ ਮਤਲਬ ਕਿਹੜੇ ਪ੍ਰਦੇਸ਼ ਲੋਕ ਕੁਦਰਤੀ ਸਾਧਨਾਂ ਦੇ ਘਟਣ ਅਤੇ ਰਾਜਨੀਤਿਕ ਕਾਰਨਾਂ ਕਰਕੇ ਵਿਦੇਸ਼ਾਂ ਵੱਲ ਭੱਜ ਰਹੇ ਹਨ, ਪੰਜਾਬ ਦੇ, ਤੁਹਾਨੂੰ ਪਤਾ ਹੀ ਆ ਵੱਧ ਗਏ ਆ। ਠੀਕ ਹੈ, ਉਸ ਤੋਂ ਬਾਅਦ ਗਿੱਧੇ ਨੂੰ ਪੰਜਾਬ ਦਾ ਸਿਰਤਾਜ ਲੋਕ ਨਾਚ ਮੰਨਿਆ ਗਿਆ ਹੈ, ਸੋ ਗਿੱਧਾ ਆਉਣਾ ਸੀ ਇਹਦਾ ਆਨਸਰ। ਉਸ ਤੋਂ ਬਾਅਦ ਬੱਚੇ ਕਵਿਤਾ ਦੋਸਤਾਂ ਵਿੱਚ ਕਵੀ ਨੂੰ ਮੰਜ਼ਿਲ ਕਿੰਨੀ ਕੁ ਵਿੱਥ 'ਤੇ ਨਜ਼ਰ ਆਉਂਦੀ ਹੈ, 2 ਕਦਮਾਂ ਦੀ ਵਿੱਥ 'ਤੇ। ਕੁਐਸਚਨ ਆਨਸਰ ਹੈ, ਇਹਨਾਂ ਵਿੱਚੋਂ ਕੋਈ 2 ਪ੍ਰਸ਼ਨ ਦੇ ਆਨਸਰ ਦੱਸਣੇ ਤੁਸੀਂ, ਕਿਸੇ 2 ਪ੍ਰਸ਼ਨ ਦੇ ਉੱਤਰ ਦਿਓ। ਜਿਵੇਂ ਕਿ ਪਹਿਲਾ ਹੈ ਕਿ ਪੇਸ਼ਕਾਰੀ ਦੇ ਪੱਖੋਂ ਨਕਲਾਂ ਦੀਆਂ ਕਿਹੜੀਆਂ-ਕਿਹੜੀਆਂ ਕਿਸਮਾਂ ਹਨ। ਅਗਲਾ, ਪੰਜਾਬੀ ਸੱਭਿਆਚਾਰ ਵਿੱਚ ਪਿਛਲੇ ਕੁਝ ਦਹਾਕਿਆਂ ਤੋਂ ਖਾਣ ਪੀਣ ਵਿੱਚ ਆਈ ਤਬਦੀਲੀ 'ਤੇ ਚਾਨਣਾ ਪਾਓ। ਠੀਕ ਹੈ, ਸੋ 5 ਕੁਐਸਚਨ ਹੈ। ਅਗਲਾ ਹੈਗਾ ਕਿ ਪੰਜਾਬ ਦੇ ਮੇਲਿਆਂ ਦੀ ਕਿਹੜੀ ਵਿਸ਼ੇਸ਼ਤਾ ਹੈ, ਸ਼ੌਕਰ ਭਿੱਜੀ ਲੋਕ ਖੇਡ ਬਾਰੇ ਜਾਣਕਾਰੀ ਦਿਓ, ਲੋਕ ਕਿੱਤੇ ਦੀ ਵਿਸ਼ੇਸ਼ਤਾ ਦੀ ਉਦਾਹਰਨ ਸਹਿਤ ਦੱਸੋ। ਠੀਕ ਹੈ, ਚਲੋ ਇਹਨਾਂ ਦੇ ਆਨਸਰ ਦੇਖਦੇ ਹਾਂ ਆਪਾਂ, 2 ਉੱਪਰ ਹੈ, ਇਹਨਾਂ ਵਿੱਚ ਕੋਈ 2 ਕਰਨੇ ਤੁਸੀਂ, ਆਪਾਂ ਤੁਹਾਨੂੰ ਆਨਸਰ ਦਿੰਦੇ ਹਾਂ। ਠੀਕ ਹੈ, ਸੋ ਹੋ ਗਿਆ। ਸੋ ਉਸ ਤੋਂ ਬਾਅਦ ਬੱਚੇ ਜਿਹੜੇ ਆਪਣੇ ਹੈਗੇ ਆ ਲੌਂਗ ਕੁਐਸਚਨ, ਉਹਦਾ ਆਨਸਰ ਦੇਖਦੇ ਹਾਂ। ਜੇ ਪੇਸ਼ਕਾਰੀ ਦੇ ਪੱਖੋਂ ਨਕਲਾਂ ਦੀਆਂ ਕਿਹੜੀਆਂ-ਕਿਹੜੀਆਂ ਕਿਸਮਾਂ ਹਨ। ਸੋ ਦੇਖੋ ਪੇਸ਼ਕਾਰੀ ਦੇ ਪੱਖੋਂ ਜਿਹੜੇ ਨਕਲਾਂ ਦੀਆਂ ਕਿਸਮਾਂ ਆ ਉਹ ਕਿੰਨੇ ਤਰ੍ਹਾਂ ਦੀਆਂ ਆ, ਇੱਕ ਮਿੰਟ, ਹਾਂ ਠੀਕ ਹੈ ਬੱਚੋ, ਪੇਸ਼ਕਾਰੀ ਦੇ ਪੱਖੋਂ ਨਕਲਾਂ ਦੀਆਂ 2 ਕਿਸਮਾਂ ਹਨ। ਠੀਕ ਹੈ, ਇੱਕ ਨਿੱਕੀਆਂ ਨਕਲਾਂ, ਇੱਕ ਲੰਮੀਆਂ ਨਕਲਾਂ। ਨਿੱਕੀਆਂ ਨਕਲਾਂ ਕੇਵਲ 2 ਕਲਾਕਾਰ ਹੀ ਹੁੰਦੇ ਹਨ, ਕਲੀਅਰ। ਨਿੱਕੀਆਂ ਨਕਲਾਂ ਵਿੱਚ ਕੇਵਲ 2 ਕਲਾਕਾਰ ਹੁੰਦੇ ਹਨ, ਇੱਕ ਦੇ ਹੱਥ ਵਿੱਚ ਚਮੋਟਾ ਹੁੰਦਾ ਹੈ ਅਤੇ ਦੂਜੇ ਦੇ ਹੱਥ ਵਿੱਚ ਤਬਲਾ ਹੁੰਦਾ ਹੈ। ਠੀਕ ਹੈ, ਜਦੋਂ ਤਬਲਾ ਵਾਲਾ ਕੋਈ ਬੇਤੁਕੀ ਗੱਲ ਕਰਦਾ ਹੈ ਤਾਂ ਚਮੋਟਾ ਵਾਲਾ ਉਸ ਨੂੰ ਚਮੋਟਾ ਮਾਰਦਾ ਹੈ, ਜਿਸ ਨਾਲ ਹਾਸਾ ਪੈਦਾ ਹੁੰਦਾ ਹੈ। ਇਸ ਵਿੱਚ 5 ਤੋਂ 10 ਮਿੰਟ ਝਾਕੀ ਵਿੱਚ ਇੱਕ ਹਾਸ ਰਸੀ ਸਿਖਰ ਉਸਾਰਿਆ ਜਾਂਦਾ ਹੈ। ਇਸ ਦਾ ਆਰੰਭ ਸਧਾਰਨ ਗੱਲਬਾਤ ਨਾਲ ਹੁੰਦਾ ਹੈ ਅਤੇ ਮੱਧ ਵਿੱਚ ਲਟਕਾਓ ਅਤੇ ਅੰਤ ਬੰਬ ਵਾਂਗ ਫਟਦਾ ਹੈ। ਠੀਕ ਹੈ, ਉਸ ਤੋਂ ਬਾਅਦ ਬੱਚੇ ਲੰਮੀਆਂ ਨਕਲਾਂ ਵਿੱਚ 10 ਤੋਂ 15 ਪਾਤਰ ਹਿੱਸਾ ਲੈਂਦੇ ਹਨ। ਇਸ ਪਾਤਰ ਵਿੱਚ ਮਹੱਤਵਪੂਰਨ ਪਾਤਰ 2 ਹੀ ਹੁੰਦੇ ਹਨ, ਬਾਕੀ ਪਾਤਰ ਜਿਹੜੇ ਹੁੰਦੇ ਹਨ, ਬਾਕੀ ਪਾਤਰਾਂ ਵਿੱਚੋਂ ਕਈ ਤੀਵੀਆਂ ਬਣਦੇ ਹਨ। ਠੀਕ ਹੈ, ਇਸ ਵਿੱਚ ਘਟਨਾ ਪ੍ਰਧਾਨ ਕਹਾਣੀ ਨੂੰ ਵੱਖ-ਵੱਖ ਝਾਕੀਆਂ ਵਿੱਚ 3 ਕੁ ਘੰਟਿਆਂ ਦੇ ਸਮੇਂ ਵਿੱਚ ਪੇਸ਼ ਕੀਤਾ ਜਾਂਦਾ ਹੈ। ਇਸ ਵਿੱਚ ਥਾਂ-ਥਾਂ 'ਤੇ ਹਾਸ ਰਸੀ ਮੌਕੇ 'ਤੇ ਪੈਦਾ ਕੀਤੇ ਜਾਂਦੇ ਹਨ ਅਤੇ ਇਸ ਦੇ 2 ਮਹੱਤਵਪੂਰਨ ਪਾਤਰਾਂ ਵਿੱਚੋਂ ਇੱਕ ਦਾ ਨਾਂ ਰੰਗਾ ਅਤੇ ਦੂਜੇ ਦਾ ਨਾਂ ਬਿਗਲਾ ਹੁੰਦਾ ਹੈ। ਸੋ ਤੁਹਾਨੂੰ ਇਹ ਵੀ ਕੁਐਸਚਨ ਆ ਸਕਦਾ ਕਿ ਰੰਗਾ ਅਤੇ ਬਿਗਲਾ ਕਿਹੜੇ ਇਹ ਨਕਲਾਂ ਦੇ ਪਾਤਰ ਹਨ। ਠੀਕ ਹੈ, ਕਿਹਦੇ ਵਿੱਚ ਹੁੰਦੇ ਆ, ਸੋ ਲੰਮੀਆਂ ਨਕਲਾਂ ਦੇ ਵਿੱਚ। ਓਕੇ, ਸੋ ਅੱਗੇ ਹੈ ਬੱਚੇ ਕਿ ਰੰਗੇ ਦੇ ਹੱਥ ਵਿੱਚ ਚਮੋਟਾ ਹੁੰਦਾ ਹੈ ਅਤੇ ਬਿਗਲਾ ਮਖੌਲੀਆ ਪਾਤਰ ਹੁੰਦਾ ਹੈ। ਇਹ ਰੰਗਾ ਦਾ ਸ਼ਬਦਾਂ ਮਾਹੌਲ ਉਸਾਰਦਾ ਹੈ। ਠੀਕ ਹੈ, ਅਤੇ ਬਿਗਲਾ ਲੱਤ ਮਾਰ ਕੇ ਉਸ ਨੂੰ ਢਾਹ ਦਿੰਦਾ ਹੈ। ਕਲੀਅਰ, ਠੀਕ ਹੈ ਬੱਚੋਂ।
ਹੋ ਗਿਆ। ਉਸ ਤੋਂ ਬਾਅਦ ਦੇਖੋ ਪ੍ਰਸ਼ਨ ਸੀ ਕਿ ਪੰਜਾਬੀ ਸੱਭਿਆਚਾਰ ਵਿੱਚ ਪਿਛਲੇ ਕੁਝ ਦਹਾਕਿਆਂ ਤੋਂ ਖਾਣ ਪੀਣ ਵਿੱਚ ਆਈਆਂ ਤਬਦੀਲੀਆਂ ਬਾਰੇ ਚਾਨਣਾ ਪਾਓ। ਠੀਕ ਹੈ, ਸੋ ਕਹਿੰਦੇ ਪੰਜਾਬੀ ਸੱਭਿਆਚਾਰ ਵਿੱਚ ਪਿਛਲੇ ਕੁਝ ਦਹਾਕਿਆਂ ਤੋਂ ਖਾਣ ਪੀਣ ਵਿੱਚ ਬਹੁਤ ਤਬਦੀਲੀ ਆਈ ਹੈ। ਲੋਕ ਰਵਾਇਤੀ ਖਾਣਿਆਂ ਦਾਲ ਸਬਜ਼ੀ ਸਾਗ ਰੋਟੀ ਖੀਰ ਕੜਾਹ, ਠੀਕ ਹੈ, ਮਿੱਠੇ ਚੌਲ ਲੱਡੂ ਜਲੇਬੀਆਂ ਸ਼ੱਕਰਪਾਰੇ ਲੱਸੀ ਇਹ ਸ਼ਿਕੰਜਵੀ ਸ਼ਰਬਤ ਠੰਡਿਆਈ ਅਤੇ ਸੱਤੂ ਆਦਿ ਦੀ ਥਾਂ 'ਤੇ ਪੀਜ਼ੇ ਬਰਗਰ ਹੌਟ ਡੋਗ, ਠੀਕ ਹੈ, ਚੋਕਲੇਟ ਟੌਫੀਆਂ ਅਤੇ ਕੋਲਡ ਡਰਿੰਕਸ ਦੀ ਵਰਤੋਂ ਵਧੇਰੇ ਕਰਨ ਲੱਗੇ ਹਨ। ਠੀਕ ਹੈ, ਬੇਸ਼ੱਕ ਸੱਭਿਆਚਾਰਾਂ ਦੇ ਮੇਲੇ ਨਾਲ ਲੋਕਾਂ ਦੇ ਖਾਣੇ ਸਾਂਝੇ ਹੁੰਦੇ ਹਨ, ਪਰੰਤੂ ਸਾਡਾ ਆਪਣੇ ਆਲੇ ਦੁਆਲਿਆਂ ਵਿੱਚ ਪੈਦਾ ਹੋਈ ਪਦਾਰਥਾਂ ਦੇ ਘਰਾਂ ਵਿੱਚ ਜਾਂ ਘਰਾਂ ਦੇ ਨੇੜੇ ਬਣੇ ਖਾਣਿਆਂ ਨੂੰ ਛੱਡ ਕੇ ਜੰਕ ਫੂਡ ਅਤੇ ਡੱਬਾਬੰਦ ਖਾਣਿਆਂ ਦਾ ਰੁਚੀ ਹੋਣਾ ਸਿਹਤਮੰਦੀ ਦੀ ਨਿਸ਼ਾਨੀ ਨਹੀਂ ਹੈ। ਠੀਕ ਹੈ, ਰਹਿੰਦੀ ਕਸਰ ਸ਼ਰਾਬ ਦੀ ਬਹੁਤੀ ਵਰਤੋਂ ਅਤੇ ਨਸ਼ਿਆਂ ਨੇ ਪੂਰੀ ਕਰ ਦਿੱਤੀ ਹੈ। ਠੀਕ ਹੈ, ਸੋ ਬੱਚੇ ਕਹਿਣ ਦੀ ਗੱਲ ਇਹੀ ਹੈ ਕਿ ਰਵਾਇਤੀ ਖਾਣੇ ਜਿਹੜੇ ਸੀਗੇ ਉਹਨਾਂ ਨੂੰ ਛੱਡ ਕੇ ਲੋਕ ਕੀ ਆ ਨਵੀਂ ਚੀਜ਼ਾਂ ਕਿ ਪੀਜ਼ੇ ਬਰਗਰ ਹੌਟ ਡੌਗ ਚਾਕਲੇਟ ਟੌਫੀਆਂ ਵਗੈਰਾ ਖਾਣ ਲੱਗ ਪਏ ਆ। ਠੀਕ ਹੈ, ਮੇਲੇ ਵਿੱਚ ਭਾਵੇਂ ਸਾਰੇ ਇਕੱਠੇ ਖਾ ਲੈਂਦੇ ਪਰ ਆਲੇ ਦੁਆਲੇ ਤੁਹਾਨੂੰ ਪਤਾ ਹੀ ਹੈ ਕਿ ਡੱਬਾਬੰਦ ਖਾਣਾ ਅਤੇ ਇਹ ਜੰਕ ਫੂਡ ਜ਼ਿਆਦਾ ਖਾਂਦੇ ਆ ਜੋ ਕਿ ਸਿਹਤਮੰਦੀ ਦੀ ਨਿਸ਼ਾਨੀ ਨਹੀਂ ਹੈ ਅਤੇ ਸ਼ਰਾਬ ਅਤੇ ਨਸ਼ਿਆਂ ਨੇ ਹੋਰ ਇਹਨੂੰ ਮਤਲਬ ਰਹਿੰਦੀ ਕਸਰ ਉਹਨੇ ਕੱਢ ਦਿੱਤੀ ਹੈ। ਠੀਕ ਹੈ, ਸੋ ਸਮਝ ਲੱਗ ਗਿਆ। ਨੈਕਸਟ ਬੱਚਿਓ ਪ੍ਰਸ਼ਨ ਸਾਡਾ ਹੈਗਾ ਆ, ਦੇਖੋ ਇਹਦੇ ਵਿੱਚ ਥਰਡ ਪ੍ਰਸ਼ਨ ਹੈਗਾ ਹੈ, ਜਿਹੜਾ ਤੁਹਾਨੂੰ ਵਧੀਆ ਲੱਗਦਾ ਉਹ ਲਿਖ ਲਿਓ। ਥਰਡ ਹੈਗਾ ਕਿ ਪੰਜਾਬ ਦੇ ਮੇਲਿਆਂ ਵਿੱਚ ਕਿਹੜੀ ਵਿਸ਼ੇਸ਼ਤਾ ਹੈ। ਸੋ ਦੇਖੋ ਪੰਜਾਬ ਦੇ ਹਰ ਮੇਲੇ ਦੀ ਨਿਸ਼ਾਨੀ ਨਵਿਕਲੀ ਸ਼ਖਸੀਅਤ ਰੰਗ ਅਤੇ ਚਰਿੱਤਰ ਹੈ। ਇਸ ਦੀ ਬਹੁਰੰਗਤਾ ਪੰਜਾਬੀਆਂ ਦੀ ਬਹੁਪੱਖੀ ਜ਼ਿੰਦਗੀ ਦਾ ਹੁੰਕਾਰ ਭਰਦੀ ਹੈ। ਪੰਜਾਬ ਦੇ ਮੇਲੇ ਦਾ ਹਰ ਦ੍ਰਿਸ਼ ਮਨਮੋਹਣਾ ਅਤੇ ਲੁਭਾਵਣਾ ਹੋਣ ਦੇ ਨਾਲ ਨਾਲ ਸੱਭਿਆਚਾਰਕ ਪ੍ਰਤੀਨਿਧਤਾ ਵੀ ਕਰਦਾ ਹੈ। ਪੰਜਾਬ ਦੇ ਹਰ ਮੇਲੇ ਵਿੱਚ ਇੱਕ ਭਰਪੂਰ ਬਾਜ਼ਾਰ ਉੱਭਰ ਆਉਂਦਾ ਹੈ ਕਿਉਂਕਿ ਪੰਜਾਬੀ ਹਰ ਮੇਲੇ 'ਤੇ ਕੋਈ ਨਾ ਕੋਈ ਨਵੀਂ ਚੀਜ਼ ਜ਼ਰੂਰ ਖਰੀਦਦੇ ਹਨ। ਪੰਜਾਬੀਆਂ ਦੇ ਬਾਜ਼ਾਰ ਵਿੱਚ ਖਾਣ ਪੀਣ ਸ਼ਿੰਗਾਰ ਖਿਡੌਣਿਆਂ ਦਿਲ ਪਰਚਾਵੇਂ ਦੀਆਂ ਵੰਨ ਸੁਵੰਨੀਆਂ ਦੁਕਾਨਾਂ ਉੱਭਰ ਆਉਂਦੀਆਂ ਹਨ। ਠੀਕ ਹੈ, ਇਹ ਵੀ ਈਜ਼ੀ ਹੈ, ਇਹ ਵੀ ਤੁਸੀਂ ਲਿਖ ਸਕਦੇ ਹੋ। ਸੋ ਬੱਚੋ ਨੈਕਸਟ ਪ੍ਰਸ਼ਨ ਹੈਗਾ ਕਿ ਸ਼ੱਕਰ ਭਿੱਜੀ ਲੋਕ ਖੇਡ ਬਾਰੇ ਜਾਣਕਾਰੀ ਦਿਓ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਉਹਨਾਂ ਨੇ 2 ਹੀ ਕੁਐਸਚਨ ਕਰਨ ਨੂੰ ਕਹੇ ਆ, ਸੋ ਇੰਨਾ ਵੱਡਾ ਕੁਐਸਚਨ ਕਰਨ ਦੀ ਲੋੜ ਨਹੀਂ ਹੈ। ਅੱਬਲ ਜੇ ਤੁਸੀਂ ਕਰਨਾ ਚਾਹੁੰਦੇ ਆ ਤਾਂ ਇੱਕ ਵਾਰੀ ਇਹਨੂੰ ਰੀਡ ਕਰ ਲਓ। ਠੀਕ ਹੈ, ਸੁਜੈਸ਼ਨ ਬਟ ਇਹੀ ਹੈ ਕਿ ਐਡਾ ਵੱਡਾ ਤਾਂ ਨਾ ਹੀ ਕਰੋ। ਉਸ ਤੋਂ ਬਾਅਦ ਬੱਚੋ ਨੈਕਸਟ ਪ੍ਰਸ਼ਨ ਸਾਡਾ ਹੈਗਾ ਆ, ਠੀਕ ਹੈ, ਇਹ ਵੀ ਤੁਸੀਂ ਕਰ ਸਕਦੇ ਹੋ। ਦੇਖੋ ਪ੍ਰਸ਼ਨ ਹੈਗਾ ਕਿ ਲੋਕ ਕਿੱਤੇ ਦੀ ਕੀ ਵਿਸ਼ੇਸ਼ਤਾ ਹੁੰਦੀ ਹੈ, ਉਦਾਹਰਨ ਸਹਿਤ ਦੱਸੋ। ਠੀਕ ਹੈ, ਸੋ ਬੱਚੇ ਇਹ ਵੀ ਤੁਸੀਂ ਕਰ ਸਕਦੇ ਹੋ। ਮੈਂ ਤੁਹਾਨੂੰ ਦੋਨੋਂ ਕੁਐਸਚਨਸ ਮਤਲਬ 5 ਦੇ 5 ਕੁਐਸਚਨ ਅਵੇਲੇਬਲ ਕਰਾ ਦਿੱਤੇ ਆ, ਇਹਨਾਂ ਵਿੱਚੋਂ ਤੁਸੀਂ ਕਰਨੇ ਕੋਈ 2 ਹੈ। ਠੀਕ ਹੈ, ਸੋ ਬੱਚੋ ਫੋਰਥ ਦੇਖੋ ਤੁਹਾਡੇ ਕਸਬੇ ਵਿੱਚ 2 ਪਹੀਏ ਵਾਹਨ ਦੀ ਮੰਗ ਦਿਨੋਂ ਦਿਨ ਵੱਧ ਰਹੀ ਹੈ। ਸੋ ਜਿਸ ਦੇ ਚਲਦਿਆਂ ਹੀਰੋ ਮੋਟਰਸ ਦਿੱਲੀ ਤੋਂ ਏਜੰਸੀ ਲੈਣ ਲਈ ਆਪਣੀ ਯੋਗਤਾ ਅਤੇ ਸਮਰੱਥਾ ਦੱਸਦੇ ਹੋਏ ਪੱਤਰ ਲਿਖਣਾ ਹੈ। ਤੁਸੀਂ ਇੱਕ ਲਿਖ ਸਕਦੇ ਹੋ ਜਾਂ ਸੈਕਿੰਡ ਹੈਗਾ ਤੁਸੀਂ ਪੜ੍ਹੇ ਲਿਖੇ ਨੌਜਵਾਨ ਹੋ ਭਾਰਤ ਜੀਵਨ ਬੀਮਾ ਨਿਗਮ ਨੂੰ ਆਪਣੀ ਯੋਗਤਾ ਦੱਸਦੇ ਹੋਏ ਬੀਮਾ ਏਜੰਟ ਬਣਨ ਲਈ ਪੱਤਰ ਲਿਖੋ। ਠੀਕ ਹੈ, ਸੋ ਇਹ ਦੋਨਾਂ ਦਾ ਆਨਸਰ ਦੇਖਦੇ ਹਾਂ, ਦੋਨਾਂ ਵਿੱਚ ਜਿਹੜਾ ਵਧੀਆ ਲੱਗਿਆ ਉਹ ਤੁਸੀਂ ਕਰ ਲੈਣਾ ਹੈ। ਠੀਕ ਹੈ, ਜਿਵੇਂ ਕਿ ਤੁਸੀਂ ਦੇਖ ਹੀ ਰਹੇ ਹੋ 5 ਨੰਬਰ ਦਾ ਹੈਗਾ ਇਹ। ਇਸ ਵਿੱਚ ਤੁਹਾਡਾ ਆ ਗਿਆ ਹੈ ਪੱਤਰ ਲਿਖਣਾ ਹੈ ਤੁਸੀਂ। ਸੋ ਪੱਤਰ ਲਿਖਣ ਦਾ ਬਹੁਤ ਈਜ਼ੀ ਤਰੀਕਾ ਦੱਸੂਗਾ। ਦੇਖੋ ਪੱਤਰ ਹੈਗਾ ਕਿ ਤੁਹਾਡੇ ਕਸਬੇ ਵਿੱਚ 2 ਪਹੀਏ ਵਾਹਨ ਦੀ ਮੰਗ ਦਿਨੋਂ ਦਿਨ ਵੱਧ ਰਹੀ ਹੈ ਜਿਸ ਦੇ ਚਲਦਿਆਂ ਹੀਰੋ ਮੋਟਰਸ ਨਵੀਂ ਦਿੱਲੀ ਏਜੰਸੀ ਲੈਣ ਲਈ ਆਪਣੀ ਯੋਗਤਾ ਅਤੇ ਸਮਰੱਥਾ ਦੱਸਦੇ ਹੋਏ ਇੱਕ ਪੱਤਰ ਲਿਖੋ। ਠੀਕ ਹੈ, ਸੋ ਬੱਚੇ ਲਿਖਣਾ ਕਿੱਦਾਂ ਹੈ, ਸਭ ਤੋਂ ਪਹਿਲਾਂ ਇੱਥੇ ਤੁਸੀਂ ਆਪਣਾ ਐਡਰੈਸ ਲਿਖ ਦੇਣਾ। ਸਭ ਤੋਂ ਪਹਿਲਾਂ ਤੁਹਾਡੀ ਕੰਪਨੀ ਦਾ ਨਾਮ ਕੀ ਹੈ, ਠੀਕ ਹੈ, ਉਸ ਤੋਂ ਬਾਅਦ ਜਲੰਧਰ ਰੋਡ ਭੋਗਪੁਰ ਹਵਾਲਾ ਨੰਬਰ ਲਿਖ ਕੇ ਡੇਟ ਲਿਖ ਦੇਣਾ ਹੈ। ਇਹਨਾਂ ਕਰਨ ਤੋਂ ਬਾਅਦ ਇਹ ਤੁਸੀਂ ਆਪਣੀ ਮਰਜ਼ੀ ਨਾਲ ਲਿਖ ਸਕਦੇ ਹੋ। ਉਸ ਤੋਂ ਬਾਅਦ ਬੱਚੇ ਇੱਥੇ ਤੁਸੀਂ ਲਿਖਣਾ ਹੈ ਜਿਸ ਬੰਦੇ ਨੂੰ ਆਪਾਂ ਲਿਖ ਰਹੇ ਹਾਂ ਲੈਟਰ, ਜਿਵੇਂ ਕਿ ਤੁਹਾਨੂੰ ਪਤਾ ਜਨਰਲ ਮੈਨੇਜਰ, ਠੀਕ ਹੈ, ਹੀਰੋ ਮੋਟਰਸ ਬਸੰਤ ਵਿਹਾਰ ਨਵੀਂ ਦਿੱਲੀ ਲਿਖ ਦੇਣਾ ਹੈ। ਠੀਕ ਹੈ, ਉਸ ਤੋਂ ਬਾਅਦ ਆਪਾਂ ਸ਼ੁਰੂ ਕਰਨਾ ਹੈ ਆਪਣੀ ਰਾਮ ਕਥਾ, ਜਿਹਦੇ ਵਿੱਚ ਬੱਚੇ ਲਿਖਣਾ ਸ਼੍ਰੀਮਾਨ ਜੀ ਬੇਨਤੀ ਹੈ ਕਿ ਸਾਡੇ ਇਲਾਕੇ ਵਿੱਚ ਤੁਹਾਡੀ ਕੰਪਨੀ ਦੇ ਬਣੇ ਬਾਈਕਾਂ ਦੀ ਮੰਗ ਦਿਨੋਂ ਦਿਨ ਵੱਧ ਰਹੀ ਹੈ ਜਿਸ ਕਰਕੇ ਮੈਂ ਆਪਣੇ ਕਸਬੇ ਵਿੱਚ ਆਪਣੇ ਹੀਰੋ ਬਾਈਕ ਦੀ ਏਜੰਸੀ ਖੋਲ੍ਹਣੀ ਚਾਹੁੰਦਾ ਹਾਂ। ਇਸ ਸੰਬੰਧੀ ਹੇਠ ਲਿਖੇ ਤੱਤ ਆਪਣੇ ਧਿਆਨ ਵਿੱਚ ਹਿੱਤ ਹਨ। ਠੀਕ ਹੈ, ਆਪ ਦੇ ਧਿਆਨ ਹਿੱਤ ਹਨ। ਸੋ ਦੇਖੋ ਇਹਦੇ ਵਿੱਚ ਕੀ ਹੈ। ਸਭ ਤੋਂ ਪਹਿਲਾਂ ਇਸ ਕਸਬੇ ਦੀ ਆਬਾਦੀ ਲਗਭਗ 50,000 ਹੈ। ਸੈਕਿੰਡ, ਇਸ ਕਸਬੇ ਦੇ ਨੇੜੇ ਕੋਈ ਹੋਰ ਵੱਡਾ ਸ਼ਹਿਰ ਜਾਂ ਮਾਰਕੀਟ ਨਹੀਂ ਹੈ ਜਿੱਥੋਂ ਦਾ ਕਾਰੋਬਾਰ ਇੱਥੇ ਏਜੰਸੀ ਖੋਲ੍ਹਣ ਨਾਲ ਪ੍ਰਭਾਵਿਤ ਹੋਵੇ। ਥਰਡ, ਮੈਂ ਇੱਥੇ ਪਹਿਲਾਂ ਹੀ ਮੁੱਢ ਸੜਕ ਉੱਤੇ ਸਾਈਕਲ ਵੇਚਣ ਦਾ ਕਾਰੋਬਾਰ ਚਲਾ ਰਿਹਾ ਹਾਂ। ਹੁਣ ਮੈਂ ਆਪਣੀ ਦੁਕਾਨ ਦੇ ਨਾਲ 3 ਕਨਾਲ ਜਗ੍ਹਾ ਹੋਰ ਖਰੀਦ ਲਈ ਹੈ ਜਿਸ ਦਾ ਮੱਥਾ 50 ਫੁੱਟ ਹੈ। ਨੈਕਸਟ ਫੋਰਥ,
ਮੇਰੇ ਕੋਲ ਆਪਣੇ ਬਚਤ ਖਾਤੇ ਵਿੱਚ 50 ਲੱਖ ਰੁਪਏ ਹਨ। ਅਗਲਾ ਬੱਚੇ, ਮੇਰੇ ਕਾਰੋਬਾਰ ਨਾਲ ਪਹਿਲਾਂ ਹੀ ਆਲੇ ਦੁਆਲੇ ਦੇ ਲੋਕਾਂ ਅਤੇ ਪਿੰਡਾਂ ਦੇ ਬਹੁਤ ਸਾਰੇ ਗ੍ਰਾਹਕ ਪਰਿਵਾਰ ਜੁੜੇ ਹੋਏ ਹਨ, ਇਸ ਕਰਕੇ ਮੈਨੂੰ ਹੀਰੋ ਬਾਈਕ ਵੇਚਣ ਵਿੱਚ ਕੋਈ ਸਮੱਸਿਆ ਨਹੀਂ ਆਵੇਗੀ। ਠੀਕ ਹੈ। ਉਸ ਤੋਂ ਬਾਅਦ ਛੇਵਾਂ ਪੁਆਇੰਟ ਹੈਗਾ ਕਿ ਮੈਨੂੰ ਦੱਸਿਆ ਜਾਵੇ ਕਿ ਆਪਦੇ ਬਾਈਕ ਦੀ ਏਜੰਸੀ ਲੈਣ ਲਈ ਸਿਕਿਉਰਿਟੀ ਆਦਿ ਦੀਆਂ ਕਿੰਨੀਆਂ ਸ਼ਰਤਾਂ ਦੀ ਪਾਲਣਾ ਕਰਨੀ ਪਵੇਗੀ। ਠੀਕ ਹੈ। ਉਸ ਤੋਂ ਬਾਅਦ ਲਾਸਟ ਪੇਜ ਤੁਸੀਂ ਲਿਖ ਦੇਣਾ ਆਪ ਜੀ ਦਾ ਅੱਗੇ ਦੇਖੋ ਲਿਖਿਆ ਹੈ ਕਿ ਆਸ ਹੈ ਕਿ ਆਪ ਉਪਰੋਕਤ ਸਾਰੇ ਤੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਮੈਨੂੰ ਆਪਣੇ ਬਾਈਕ ਦੀ ਏਜੰਸੀ ਦੇਣ ਦੀ ਕਿਰਪਾ ਕਰੋਗੇ। ਮੈਂ ਯਕੀਨ ਦਿਵਾਉਂਦਾ ਹਾਂ ਕਿ ਆਪ ਵੱਲੋਂ ਨਿਰਧਾਰਿਤ ਸ਼ਰਤਾਂ ਤੇ ਨਿਯਮਾਂ ਦੀ ਪੂਰੀ ਪਾਲਣਾ ਕੀਤੀ ਜਾਵੇਗੀ ਅਤੇ ਕਾਰੋਬਾਰ ਨੂੰ ਪੂਰੀ ਮਿਹਨਤ ਨਾਲ ਚਲਾਇਆ ਜਾਵੇਗਾ। ਧੰਨਵਾਦ ਸਹਿਤ ਆਪ ਦਾ ਵਿਸ਼ਵਾਸ ਪਾਤਰ। ਤੁਹਾਡਾ ਨਾਂ ਤੇ ਮੋਬਾਈਲ ਨੰਬਰ ਲਿਖ ਦੇਣਾ ਇੱਥੇ। ਠੀਕ ਹੈ, ਬਹੁਤ ਈਜ਼ੀ ਹੈ। ਸੋ ਬੱਚੋ ਨੈਕਸਟ ਤੁਹਾਡੇ ਵਿੱਚ ਦੇਖੋ ਤੁਹਾਡਾ ਜਿਹੜਾ ਪੱਤਰ ਹੈ ਸੈਕਿੰਡ, ਦੋਨਾਂ ਵਿੱਚ ਤੁਸੀਂ ਇੱਕ ਲਿਖ ਲਿਓ ਕੋਈ। ਤੁਸੀਂ ਪੜ੍ਹੇ ਲਿਖੇ ਨੌਜਵਾਨ ਹੋ, ਜੀਵਨ ਬੀਮਾ ਨਿਗਮ ਨੂੰ ਆਪਣੀ ਯੋਗਤਾ ਦੱਸਦੇ ਹੋਏ ਬੀਮਾ ਏਜੰਟ ਬਣਨ ਲਈ ਪੱਤਰ ਲਿਖੋ। ਠੀਕ ਹੈ। ਸੇਮ ਇਹਦੇ ਵਿੱਚ ਬੱਚੇ ਇੱਥੇ ਤੁਸੀਂ ਆਪਣਾ ਐਡਰੈਸ ਲਿਖ ਦੇਣਾ ਹੈ। ਠੀਕ ਹੈ। 224 ਬਾਗ ਬਹਾਰੀਆਂ ਕਪੂਰਥਲਾ ਰੋਡ ਜਲੰਧਰ, ਹਵਾਲਾ ਨੰਬਰ ਤੇ ਮਿਤੀ ਪਾ ਦੇਣਾ। ਠੀਕ ਹੈ। ਉਸ ਤੋਂ ਬਾਅਦ ਬੱਚੇ ਇੱਥੇ ਲਿਖਣਾ ਉਹਦਾ ਐਡਰੈਸ ਜਿਹਨੂੰ ਆਪਾਂ ਲੈਟਰ ਲਿਖ ਰਹੇ ਹਾਂ, ਜਿਵੇਂ ਕਿ ਡਿਵੈਲਪਮੈਂਟ ਅਫਸਰ ਭਾਰਤ ਜੀਵਨ ਬੀਮਾ ਨਿਗਮ ਜਲੰਧਰ। ਕਲੀਅਰ। ਨੈਕਸਟ ਦੇਖੋ ਬੱਚੇ ਵਿਸ਼ਾ ਲਿਖਣਾ ਹੈ। ਵਿਸ਼ਾ ਲਿਖਣਾ ਹੈ ਕਿ LIC ਦਾ ਏਜੰਟ ਬਣਨ ਲਈ। ਉਸ ਤੋਂ ਬਾਅਦ ਸ਼੍ਰੀਮਾਨ ਜੀ, ਬੇਨਤੀ ਹੈ ਕਿ ਮੈਂ BA ਪਾਸ ਹਾਂ, ਮਾਈਕਰੋਸਾਫਟ ਆਫਿਸ ਦਾ ਕੋਰਸ ਵੀ ਕੀਤਾ ਹੈ। ਮੈਂ ਜੀਵਨ ਬੀਮਾ ਏਜੰਟ ਦਾ ਬਣਨਾ ਚਾਹੁੰਦਾ ਹਾਂ। ਮੈਂ ਇਸ ਸੰਬੰਧੀ ਹੋਣ ਵਾਲੇ ਪ੍ਰੀ ਲਾਇਸੈਂਸਿੰਗ ਟੈਸਟ ਨੂੰ ਦੇਣ ਲਈ ਤਿਆਰ ਹਾਂ। ਇਸ ਸੰਬੰਧੀ ਮੇਰਾ ਨਾਂ ਦਾਖਲ ਕਰ ਲਿਆ ਜਾਵੇ ਅਤੇ ਪ੍ਰੀਖਿਆ ਦੇ ਕੋਰਸ ਅਤੇ ਮਿਤੀ ਸੰਬੰਧੀ ਮੈਨੂੰ ਸੂਚਿਤ ਕੀਤਾ ਜਾਵੇ। ਧੰਨਵਾਦ ਸਹਿਤ। ਇਹ ਬਹੁਤ ਈਜ਼ੀ ਹੈ ਨਾ, ਇਹ ਲਿਖ ਸਕਦੇ ਤੁਸੀਂ। ਠੀਕ ਹੈ। ਆਪ ਜੀ ਦਾ ਵਿਸ਼ਵਾਸ ਪਾਤਰ, ਆਪਣਾ ਨਾਮ ਅਤੇ ਮੋਬਾਈਲ ਨੰਬਰ ਤੁਸੀਂ ਲਿਖ ਦੇਣਾ ਹੈ। ਇਹ ਬਹੁਤ ਈਜ਼ੀ ਸੀ ਨਾ, ਇਹ ਲਿਖ ਲਿਓ। ਕਲੀਅਰ। ਨੈਕਸਟ ਬੱਚੇ ਫਿਫਥ ਪ੍ਰਸ਼ਨ ਸਾਡਾ ਹੈਗਾ ਕਿ ਹੇਠ ਲਿਖੇ ਪੈਰੇ ਦੀ ਸੰਖੇਪ ਰਚਨਾ ਕਰੋ ਅਤੇ ਢੁਕਵਾਂ ਸਿਰਲੇਖ ਲਿਖੋ। ਠੀਕ ਹੈ। ਸੋ ਦੇਖੋ ਇਹ ਤੜਕੇ ਉੱਠਣ ਵਾਲੀ ਹੈ, ਸੋ ਇਹਦਾ ਆਪਾਂ ਇੱਕ ਸਿਰਲੇਖ ਐਂਡ ਇਹਨੂੰ ਸ਼ਾਰਟ ਕਰ ਲੈਂਦੇ ਹਾਂ। ਠੀਕ ਹੈ। ਚਲੋ ਇਹਦਾ ਆਨਸਰ ਦੇਖੀਏ। ਠੀਕ ਹੈ। ਇੱਕ ਢੁਕਵਾਂ ਸਿਰਲੇਖ ਤੇ ਇਹਨੂੰ ਸ਼ਾਰਟ ਕਰਕੇ ਲਿਖਣਾ ਹੋਇਆ। ਠੀਕ ਹੈ। ਸੋ ਬੱਚੇ ਦੇਖੋ ਇਹਦਾ ਜਿਹੜਾ ਆਨਸਰ ਹੈ ਥੱਲੇ ਦਿੱਤਾ ਹੋਇਆ ਹੈ। ਸਭ ਤੋਂ ਪਹਿਲਾਂ ਇਹਦਾ ਸਿਰਲੇਖ ਲਿਖ ਲਿਓ। ਸਿਰਲੇਖ ਤੁਸੀਂ ਕੀ ਲਿਖਣਾ ਹੈ, ਆਹ ਦੇਖੋ ਤੜਕੇ ਉੱਠਣਾ। ਸਿੰਪਲ ਇਹਦਾ ਹੈਡਿੰਗ ਮਤਲਬ ਕਿ ਕੀ ਹੋਣਾ ਚਾਹੀਦਾ ਹੈ, ਤੜਕੇ ਉੱਠਣਾ ਜਾਂ ਸਵੇਰੇ ਤੜਕੇ ਉੱਠਣਾ ਵੀ ਤੁਸੀਂ ਲਿਖ ਸਕਦੇ ਹੋ। ਠੀਕ ਹੈ। ਸੋ ਤੜਕੇ ਉੱਠਣਾ ਵੀ ਉਹੀ ਹੋ ਗਿਆ, ਸਵੇਰੇ ਤੜਕੇ ਉੱਠਣਾ। ਉਸ ਤੋਂ ਬਾਅਦ ਬੱਚੇ ਇਹਨੂੰ ਤੁਸੀਂ ਦੇਖੋ ਇੱਥੇ ਲਿਖ ਦੇਣਾ ਹੈ ਥੱਲੇ। ਠੀਕ ਹੈ, ਕਿ ਕਿੰਨੇ ਸ਼ਬਦਾਂ ਵਿੱਚ ਤੁਸੀਂ ਲਿਖਿਆ 66 ਸ਼ਬਦ ਬਟਾ 180। ਠੀਕ ਹੈ, ਤੁਸੀਂ ਲਿਖਿਆ ਹੋਇਆ ਤੁਸੀਂ ਲਿਖ ਦਿਓ ਤਾਂ ਕਿ ਤੁਹਾਨੂੰ ਉਹਨਾਂ ਨੂੰ ਲੱਗੇ ਕਿ ਤੁਸੀਂ ਹੀ ਲਿਖਿਆ, ਚੰਗੀ ਤਰ੍ਹਾਂ ਲਿਖਿਆ। ਉਸ ਤੋਂ ਬਾਅਦ ਦੇਖੋ ਸੰਖੇਪ ਰਚਨਾ ਵਿੱਚ ਕੀ ਲਿਖਣਾ ਹੈ। ਛੇਤੀ ਸੌਣ ਅਤੇ ਤੜਕੇ ਉੱਠਣ ਵਾਲੇ ਮਨੁੱਖ ਸਿਹਤ, ਧਨ ਅਤੇ ਬੁੱਧੀ ਪ੍ਰਾਪਤ ਹੁੰਦੀ ਹੈ। ਉਹ ਆਪਣੇ ਕੰਮ 'ਤੇ ਸਵਾਰ ਰਹਿੰਦਾ ਹੈ। ਉਹ ਸਵੇਰੇ ਕਸਰਤ ਅਤੇ ਸੈਰ ਕਰ ਸਕਦਾ ਹੈ ਜੋ ਉਸ ਨੂੰ ਸਾਰਾ ਦਿਨ ਖੁਸ਼ੀ ਅਤੇ ਤਾਜ਼ਗੀ ਦਿੰਦੀਆਂ ਹਨ। ਠੀਕ ਹੈ। ਉਹ ਕੰਮ ਵੀ ਖਰਾ ਕਰਦਾ ਹੈ ਅਤੇ ਆਰਾਮ ਵੀ ਕਰਦਾ ਹੈ। ਤੜਕੇ ਉੱਠਣ ਵਾਲੀ ਇਸਤਰੀਆਂ ਸਾਰਾ ਕੰਮ ਮੁਕਾ ਕੇ ਸਮੇਂ ਸਿਰ ਚਾਹ ਵੇਲਾ ਤਿਆਰ ਕਰ ਲੈਂਦੀ ਹੈ। ਠੀਕ ਹੈ। ਸੋ ਈਜ਼ੀ ਹੈ, ਧਿਆਨ ਨਾਲ ਇੱਕ ਵਾਰੀ ਯਾਦ ਕਰ ਲਓ। ਠੀਕ ਹੈ, ਹੁਣੀ ਯਾਦ ਕਰ ਲਓ, ਕਿਉਂ ਟਾਈਮ ਵੇਸਟ ਕਰਨਾ, ਸੋ ਤਾਂ ਕਿ ਤੁਸੀਂ ਪੇਪਰ 'ਚ ਵਧੀਆ ਕਰਕੇ ਆ ਸਕੋ। ਨੈਕਸਟ ਹੈਗਾ ਬੱਚਿਓ ਦੇਖੋ ਕਿ ਆਪਾਂ ਇਹਨਾਂ ਦੋਨਾਂ ਨੂੰ ਸ਼ਬਦ ਵਾਈਜ਼ ਤਰਤੀਬ ਵਿੱਚ ਲਗਾਉਣਾ ਹੈ। ਠੀਕ ਹੈ। ਸ਼ਬਦ ਕੋਸ਼ ਸਾਨੂੰ ਡਿਕਸ਼ਨਰੀ ਦੇ ਵਰਡ ਪਤਾ ਹੀ ਹੈ ਨਾ, ਉਸ ਅਕੋਰਡਿੰਗ ਲਿਖਣਾ ਹੈ। ਸੋ ਦੋਨਾਂ ਦੇ ਆਨਸਰ ਦੇਖਦੇ ਹਾਂ। ਸੋ ਜਿਹੜਾ ਤੁਹਾਨੂੰ ਈਜ਼ੀ ਲੱਗਾ ਉਹ ਤੁਸੀਂ ਲਿਖ ਲਿਓ। ਠੀਕ ਹੈ। ਸੋ ਇੱਕ ਕਰਨਾ ਹੈ ਤੁਸੀਂ ਇਹਦੇ ਵਿੱਚੋਂ 3 ਨੰਬਰ ਦਾ ਹੈ। ਸ਼ਬਦ ਕੋਸ਼ ਵਿੱਚ ਬਣਾਉਣਾ ਯਾਨੀ ਡਿਕਸ਼ਨਰੀ ਦੇ ਅਕੋਰਡਿੰਗ ਲਗਾਉਣਾ ਹੈ। ਠੀਕ ਹੈ। ਢਿੱਲਾ, ਡਿਊਟੀ, ਠਠਿਆਰ, ਟਿਕਾਣਾ, ਡੰਗਰ, ਇਹਨਾਂ ਤੁਸੀਂ ਕੋਈ ਇੱਕ ਕਰਨਾ ਹੈ। ਚਲੋ ਆਪਾਂ ਦੋਨੋਂ ਕਰ ਲੈਂਦੇ ਹਾਂ। ਸੋ ਸਭ ਤੋਂ ਪਹਿਲਾਂ ਕਾਇਰ ਆ ਜਾਏਗਾ। ਠੀਕ ਹੈ, ਕੱਕੇ 'ਤੇ ਆ। ਉਸ ਤੋਂ ਬਾਅਦ ਟਿਕਾਣਾ। ਠੀਕ ਹੈ। ਫਿਰ ਠਠਿਆਰ। ਠੀਕ ਹੈ। ਉਸ ਤੋਂ ਬਾਅਦ ਡਿਊਟੀ ਆਹ ਵਾਲੀ। ਨੈਕਸਟ ਵਨ ਇਜ਼ ਠੀਕ ਹੈ, ਇਹਦੇ ਨਾਲ ਆ ਜਾਏਗਾ ਦੇਖੋ ਡੰਗਰ ਅਤੇ ਢਿੱਲਾ। ਓਕੇ। ਸੋ ਬੱਚੇ ਦੂਸਰਾ ਵੀ ਆਪਣੇ ਕੋਲ ਹੈ ਸ਼ਬਦਕੋਸ਼। ਦੋਨਾਂ ਵਿੱਚ ਤੁਸੀਂ ਆਹ ਵਾਲਾ ਕਰ ਲਓ ਤਾਂ ਜ਼ਿਆਦਾ ਈਜ਼ੀ ਰਹਿਣਾ ਹੈ, ਕਿਉਂਕਿ ਇਹਦੇ ਵਿੱਚ ਦੇਖੋ ਸਾਰੇ ਸ਼ਬਦ ਵਾਈਜ਼ ਹੀ ਹੈ
ਇਹਦੇ ਵਿੱਚ ਸਿਰਫ ਦੋ ਚੀਜ਼ ਨੂੰ ਤੁਸੀਂ ਸਮਝਣਾ ਹੈ। ਦੇਖੋ ਕਿਉਂਕਿ ਪਹਿਲਾਂ ਗੱਗਾ ਆਉਂਦਾ ਹੈ, ਫਿਰ ਜਿੱਜਾ, ਫਿਰ ਜਿੱਜਾ ਜਦੋਂ, ਇਹ ਈਜ਼ੀ ਹੈ ਨਾ, ਇੱਕ ਵਾਰੀ ਦੇਖ ਲਓ। ਠੀਕ ਹੈ, ਸਭ ਤੋਂ ਪਹਿਲਾਂ ਗਲਵਕੜੀ, ਫਿਰ ਜਲੇਦਾਰ, ਜੈਦੋ ਜਹਿਦ, ਝਗੜਾਲੂ, ਪੁੱਛਲ ਤੇ ਪੂਜਨਿਕ, ਇਹ ਆਏਗਾ। ਠੀਕ ਹੈ, ਸੋ ਈਜ਼ੀ ਹੈ, ਦੋਨਾਂ ਵਿੱਚ ਇੱਕ ਕਰਨਾ ਹੈ, ਤੁਸੀਂ ਉੱਪਰ ਵਾਲਾ ਕਰ ਲਓ ਜੇ ਹੋ ਸਕਦਾ ਤਾਂ। ਠੀਕ ਹੈ, ਯਾਦ ਕਰ ਲਓ, ਚੰਗੀ ਤਰ੍ਹਾਂ ਕਰ ਲਿਓ। ਨੈਕਸਟ ਬੱਚੇ ਸੱਤਵਾਂ ਹੈਗਾ ਕਿ ਕਿਸੇ ਤਿੰਨ ਦਾ ਬ੍ਰੈਕਟਾਂ ਵਿੱਚ ਦਿੱਤੇ ਨਿਰਦੇਸ਼ ਅਨੁਸਾਰ ਵਾਕ ਵਟਾਂਦਰਾ ਕਰੋ। ਠੀਕ ਹੈ, ਸੋ ਜਿਵੇਂ ਕਿ ਦੇਖੋ ਪਹਿਲਾ ਹੈ ਕਿ ਮੇਰੀ ਇੱਛਾ ਹੈ ਕਿ ਮੈਂ ਅਮੀਰ ਹੋਵਾਂ, ਇਹਦਾ ਵਿਸ਼ਮੇਵਾਚਕ ਕਰਨਾ ਹੈ। ਸੈਕਿੰਡ, ਕੋਈ ਸੋਹਣਾ ਜਿਹਾ ਗੀਤ ਸੁਣਾਓ, ਪ੍ਰਸ਼ਨਵਾਚਕ। ਸਮਝਦਾਰ ਬੱਚੇ ਮਾਪਿਆਂ ਦਾ ਕਿਹਾ ਮੰਨਦੇ ਹਨ, ਇਹਦਾ ਵਿਸ਼ਮਿਕ ਕਰਨਾ ਹੈ। ਮਿਹਨਤ ਸਫਲ ਹੋਈ, ਨਾ ਵਾਚਕ। ਮੈਂ ਰੋਟੀ ਖਾਧੀ, ਕਰਮਨੀ ਵਾਚਕ। ਠੀਕ ਹੈ, ਸੋ ਚਲੋ ਇਹਨਾਂ ਦਾ ਆਨਸਰ ਦੇਖ ਲੈਂਦੇ ਹਾਂ। ਦੇਖੋ ਕਿ ਮੇਰੀ ਇੱਛਾ ਹੈ ਕਿ ਮੈਂ ਅਮੀਰ ਹੋਵਾਂ। ਠੀਕ ਹੈ, ਮੇਰੀ ਇੱਛਾ ਹੈ ਕਿ ਮੈਂ ਅਮੀਰ ਹੋਵਾਂ, ਇਹਦਾ ਆਨਸਰ ਆਏਗਾ, ਦੇਖੋ ਕਾਸ਼ ਮੈਂ ਅਮੀਰ ਹੁੰਦਾ। ਇਹਦਾ ਆਨਸਰ ਕੀ ਆਏਗਾ ਕਿ ਕਾਸ਼ ਮੈਂ ਅਮੀਰ ਹੁੰਦਾ। ਨੋਟ ਕਰ ਲਓ ਬੱਚਿਓ ਨਾਲ ਨਾਲ। ਠੀਕ ਹੈ, ਨੈਕਸਟ ਹੈਗਾ ਕਿ ਕੋਈ ਸੋਹਣਾ ਗੀਤ ਸੁਣਾਓ, ਕੋਈ ਸੋਹਣਾ ਜਿਹਾ ਗੀਤ ਸੁਣਾਓ, ਕੋਈ ਸੋਹਣਾ ਜਿਹਾ ਗੀਤ ਸੁਣਾਓ। ਸੋ ਇਹਦਾ ਆਨਸਰ ਆਏਗਾ, ਦੇਖੋ ਕੀ ਤੁਸੀਂ ਕੋਈ ਸੋਹਣਾ ਜਿਹਾ ਗੀਤ ਸੁਣਾਓਗੇ, ਕੀ ਤੁਸੀਂ ਕੋਈ ਸੋਹਣਾ ਜਿਹਾ ਗੀਤ ਸੁਣਾਓਗੇ। ਉਸ ਤੋਂ ਬਾਅਦ ਨੈਕਸਟ ਪ੍ਰਸ਼ਨ ਸਾਡਾ ਹੈਗਾ ਸੀ ਬੱਚੇ, ਦੇਖੋ ਸਧਾਰਨ ਵਾਕ। ਸਮਝਦਾਰ ਬੱਚੇ ਮਾਪਿਆਂ ਦਾ ਕਹਿਣਾ ਮੰਨਦੇ ਹਨ, ਇਹਨੂੰ ਮਿਸ਼ਰਿਤ ਵਿੱਚ ਕਨਵਰਟ ਕਰਨਾ ਕਿ ਜਿਹੜੇ ਬੱਚੇ ਸਮਝਦਾਰ ਹੁੰਦੇ ਹਨ ਉਹ ਮਾਪਿਆਂ ਦਾ ਕਹਿਣਾ ਮੰਨਦੇ ਹਨ। ਠੀਕ ਹੈ, ਜਿਹੜੇ ਬੱਚੇ ਸਮਝਦਾਰ ਹੁੰਦੇ ਹਨ ਉਹ ਮਾਪਿਆਂ ਦਾ ਕਹਿਣਾ ਮੰਨਦੇ ਹਨ। ਸੋ ਨੈਕਸਟ ਦੇਖੋ ਬੱਚੇ, ਨੈਕਸਟ ਸਾਡਾ ਹੈਗਾ ਕਿ ਹਾਂ ਵਾਚਕ, ਨਾ ਵਾਚਕ। ਠੀਕ ਹੈ, ਸੋ ਹਾਂ ਵਾਚਕ ਹੈਗਾ ਮਿਹਨਤ ਸਫਲ ਹੋਈ, ਨਾ ਵਾਚਕ ਹੈਗਾ ਕਿ ਮਿਹਨਤ ਵਿਅਰਥ ਨਹੀਂ ਹੋਈ। ਠੀਕ ਹੈ, ਸੋ ਬੱਚੇ ਇਹ ਨਹੀਂ ਕਿ ਤੁਸੀਂ ਮਿਹਨਤ ਅਸਫਲ ਹੋਈ ਨਹੀਂ ਲਿਖ ਦੇਣਾ, ਮਤਲਬ ਕਿ ਵਾਕ ਉਹੀ ਰਹਿਣਾ ਚਾਹੀਦਾ, ਬਸ ਵਿੱਚ ਨਾ ਆਉਣਾ ਚਾਹੀਦਾ ਹੈ। ਠੀਕ ਹੈ, ਸੋ ਮਿਹਨਤ ਸਫਲ ਹੋਈ ਦਾ ਮਤਲਬ ਉਹੀ ਹੈ, ਅਤੇ ਮਿਹਨਤ ਵਿਅਰਥ ਨਹੀਂ ਹੋਈ ਦਾ ਵੀ ਮਤਲਬ ਉਹੀ ਹੈ, ਮਤਲਬ ਨਹੀਂ ਬਦਲਣਾ ਚਾਹੀਦਾ ਹੈ। ਠੀਕ ਹੈ, ਉਸ ਤੋਂ ਬਾਅਦ ਦੇਖੋ ਬੱਚੋ ਨੈਕਸਟ ਹੈਗਾ ਸਾਡਾ ਕਰਤਰੀ ਵਾਕ ਨੂੰ ਕਰਮਨੀ ਵਿੱਚ ਚੇਂਜ ਕਰਨਾ ਹੈ। ਮੈਂ ਰੋਟੀ ਖਾ ਰਿਹਾ ਹਾਂ, ਇਹਦਾ ਕਰਮਨੀ ਬਣਾਉਣਾ ਹੈ ਕਿ ਰੋਟੀ ਮੈਥੋਂ ਖਾਧੀ ਜਾ ਰਹੀ ਹੈ। ਸੋ ਉਹਨੂੰ ਚੇਂਜ ਕਰਨਾ ਕਿ ਕਰਤਰੀ ਵਾਚ ਜਿਹੜੀ ਸੀਗੀ ਮੈਂ ਰੋਟੀ ਖਾ ਰਿਹਾ ਹਾਂ, ਸੋ ਉਹਨੂੰ ਆਪਾਂ ਕਰਮਨੀ ਵਿੱਚ ਬਣਾਇਆ ਕਿ ਰੋਟੀ ਮੈਥੋਂ ਖਾਧੀ ਜਾ ਰਹੀ ਹੈ। ਠੀਕ ਹੈ, ਨੈਕਸਟ ਹੈਗਾ ਬੱਚਿਓ ਅੱਠਵਾਂ ਕਿ ਇਹਨਾਂ ਸਾਰਿਆਂ ਦੇ ਤੁਸੀਂ ਵਾਕ ਵਟਾਂਦਰਾ ਮਤਲਬ ਤਿੰਨ ਦਾ, ਕਿਸੇ ਤਿੰਨ ਦਾ ਵਾਕ ਬਣਾਉਣਾ ਹੈ। ਠੀਕ ਹੈ, ਚਲੋ ਇਹਨਾਂ ਦੇ ਆਨਸਰ ਦੇਖ ਲੈਂਦੇ ਹਾਂ ਫਟਾਫਟ। ਕੋਈ ਤਿੰਨ ਤੁਸੀਂ ਕਰ ਲੈਣੇ, 2-2 ਨੰਬਰ ਦਾ ਇੱਕ ਹੈ। ਠੀਕ ਹੈ, ਸੋ ਜਿਹੜਾ ਈਜ਼ੀ ਲੱਗਿਆ ਉਹ ਤੁਸੀਂ ਕਰ ਲੈਣਾ, ਆਪਾਂ ਸਾਰਿਆਂ ਦਾ ਤੁਹਾਨੂੰ ਆਨਸਰ ਦੇਵਾਂਗੇ। ਤੁਸੀਂ ਵਾਕ ਬਣਾਉਣਾ ਆ, ਸੋ ਵਾਕ ਦੇ ਵਿੱਚ ਹੈਗਾ ਆ ਫਸਟ ਵਨ, ਭਜਦਿਆਂ ਨੂੰ ਵਾਹਨ ਇੱਕੋ ਜਿਹੇ। ਇਹਦਾ ਜਿਹੜਾ ਮੀਨਿੰਗ ਹੈ ਕਿ ਅਖਾਣ ਦੀ ਵਰਤੋਂ ਇਹ ਦੱਸਣ ਲਈ ਹੁੰਦੀ ਹੈ ਕਿ ਦੁਸ਼ਮਣੀ ਵਿੱਚ ਦੋਹਾਂ ਧਿਰਾਂ ਨੂੰ ਔਂਕੜਾਂ ਇੱਕੋ ਜਿਹੀਆਂ ਹੁੰਦੀਆਂ ਹਨ ਅਤੇ ਖੁੱਲ੍ਹਾਂ ਵੀ। ਸੋ ਇਹਦਾ ਵਾਕ ਕੀ ਬਣਾਵਾਂਗੇ ਆਪਾਂ, ਕਹਿੰਦੇ ਜੇਕਰ ਕੋਈ ਨਹੀਂ, ਜੇਕਰ ਤੂੰ ਮੇਰੇ ਵਿਰੁੱਧ ਇੱਕ ਮੁਕੱਦਮਾ ਕੀਤਾ ਤਾਂ ਮੈਂ 2 ਕਰ ਦਿਆਂਗਾ, ਭਜਦਿਆਂ ਨੂੰ ਵਾਹਨ ਇੱਕੋ ਜਿਹੇ। ਓਕੇ, ਸੋ ਨੈਕਸਟ ਹੈਗਾ ਬੱਚਿਓ ਕਿ ਇੱਕ ਦਰ ਬੰਦ 100 ਦਰ ਖੁੱਲ੍ਹਾ। ਇਹਦਾ ਮੀਨਿੰਗ ਹੈ ਕਿ ਇਹ ਅਖਾਣ ਹਮੇਸ਼ਾ ਆਸ਼ਾਵੰਦ ਰਹਿਣ ਦਾ ਉਪਦੇਸ਼ ਦੇਣ ਲਈ ਵਰਤੀ ਜਾਂਦੀ ਹੈ। ਇਹਦਾ ਵਾਕ ਕੀ ਬਣਾਵਾਂਗੇ ਕਿ ਜਦੋਂ ਮੇਰੀ ਪ੍ਰਦੇਸ਼ ਵਿੱਚ ਪੜ੍ਹਨ ਗਈ ਧੀ ਦਾ ਉੱਥੇ ਰਹਿੰਦੇ ਮਾਮੇ ਨੇ ਉਸ ਦਾ ਖਰਚਾ ਚੁੱਕਣ ਤੋਂ ਇਨਕਾਰ ਕਰ ਦਿੱਤਾ ਤਾਂ ਉਹ ਘਬਰਾ ਗਈ, ਪਰ ਮੈਂ ਉਸਨੂੰ ਹੌਸਲਾ ਦਿੰਦਿਆਂ ਕਿਹਾ ਕਿ ਬੇਟੀ ਘਬਰਾਉਣ ਦੀ ਜ਼ਰੂਰਤ ਨਹੀਂ। ਸਿਆਣੇ ਕਹਿੰਦੇ ਹਨ ਕਿ ਇੱਕ ਦਰ ਬੰਦ ਅਤੇ 100 ਦਰ ਖੁੱਲ੍ਹਾ। ਤੇਰੀ ਪੜ੍ਹਾਈ ਦਾ ਖਰਚ ਤੋਰਨ ਲਈ ਕੋਈ ਨਾ ਕੋਈ ਹੋਰ ਹੀਲਾ ਵਸੀਲਾ ਨਿਕਲ ਹੀ ਜਾਏਗਾ। ਠੀਕ ਹੈ, ਸੋ ਨੈਕਸਟ ਬੱਚੇ ਹੈਗਾ ਕਿ ਅਸ਼ਰਫੀਆਂ ਦੀ ਲੁੱਟ ਅਤੇ ਕੋਲਿਆਂ ਅਤੇ ਮੋਹਰਾਂ। ਠੀਕ ਹੈ, ਇਹ ਕੀ ਆ ਕਿ ਜਦੋਂ ਕੀਮਤੀ ਚੀਜ਼ਾਂ ਵੱਲ ਬੇਪਰਵਾਹੀ ਵਰਤੀ ਜਾਵੇ ਪਰ ਨਿਗੁਣੀਆਂ ਚੀਜ਼ਾਂ ਦੀ ਸੰਭਾਲ ਕੀਤੀ ਜਾਵੇ ਤਾਂ ਇਹ ਅਖਾਣ ਵਰਤੀ ਜਾਂਦੀ ਹੈ। ਸੋ ਇਹਦਾ ਵਾਕ ਬਣਾਵਾਂਗੇ ਕਿ ਸਾਡੇ ਦੇਸ਼ ਦੇ ਲੀਡਰਾਂ ਨੂੰ ਇਹ ਸਮਝ ਨਹੀਂ ਆਉਂਦੀ ਕਿ ਨਵੀਆਂ ਖੋਜਾਂ ਅਤੇ ਕਾਢਾਂ ਕੱਢਣ ਦੀ ਸਮਰੱਥਾ ਰੱਖਣ ਵਾਲੇ ਵਿਗਿਆਨੀਆਂ ਨੂੰ ਨੌਕਰੀ ਅਤੇ ਮਾਨ ਸਨਮਾਨ ਨਾ ਦੇਣ ਅਤੇ ਆਪਣੀ ਕੁਨ ਵਾਪਰਵਾਹੀ ਦੀ ਨੀਤੀ ਉੱਤੇ ਚੱਲਦਿਆਂ ਨਿਕੰਮੇ ਅਤੇ ਭ੍ਰਿਸ਼ਟ ਵਿਅਕਤੀਆਂ ਨੂੰ ਚੰਗੀਆਂ ਨੌਕਰੀਆਂ ਅਤੇ ਉੱਚੇ ਅਹੁਦੇ ਦੇਣਾ ਅਸ਼ਰਫਿਆਂ ਦੀ ਲੁੱਟ ਅਤੇ ਕੋਲਿਆਂ ਅਤੇ ਮੋਹਰਾਂ ਵਾਲੀ ਗੱਲ ਹੈ। ਠੀਕ ਹੈ, ਸੋ ਇਹਨੂੰ ਵੀ ਕਰ ਲਓ। ਉਸ ਤੋਂ ਬਾਅਦ ਬੱਚੇ ਨੈਕਸਟ ਹੈਗਾ ਸਾਡਾ
कि सारा ਜਾਂਦਾ देखिए ਅੱਧਾ ਦਈਏ ਵੰਡ। ਸੋ ਇਹਦਾ ਜਿਹੜਾ ਮਤਲਬ ਹੈ, ਕਹਿੰਦੇ ਥੋੜ੍ਹਾ ਨੁਕਸਾਨ ਕਰਾ ਕੇ ਬਹੁਤਾ ਧਨ ਬਚਾਇਆ ਜਾ ਸਕੇ ਤਾਂ ਬਚਾ ਲੈਣਾ ਚਾਹੀਦਾ ਹੈ। ਇਹਦਾ ਵਾਕ ਲਿਖਾਂਗੇ ਕਿ ਜਦੋਂ ਮੈਂ ਦੇਖਿਆ ਕਿ ਮੇਰੇ ਘਰ ਪਏ ਕਾਲੇ ਧਨ ਦਾ ਆਮਦਨ ਟੈਕਸ ਵਿਭਾਗ ਨੂੰ ਪਤਾ ਲੱਗ ਚੁੱਕਾ ਹੈ ਤਾਂ ਮੈਂ ਫਟਾਫਟ ਆਪਣੇ ਕਾਲੇ ਧਨ ਆਮਦਨ ਟੈਕਸ ਵਿਭਾਗ ਦੇ ਨਿਯਮਾਂ ਅਨੁਸਾਰ ਨਸ਼ਰ ਕਰਕੇ ਸਾਰਾ ਟੈਕਸ ਤੇ ਜੁਰਮਾਨਾ ਭਰ ਦਿੱਤਾ। ਇਸ ਪ੍ਰਕਾਰ ਮੈਂ ਸਿਆਣਿਆਂ ਦੀ ਕਥਨ ਸਾਰਾ ਜਾਂਦਾ ਦੇਖੀਏ ਤਾਂ ਅੱਧਾ ਦਈਏ ਵੰਡ ਦੀ ਨੀਤੀ ਤੇ ਚੱਲ ਕੇ ਬਹੁਤ ਸਾਰਾ ਧਨ ਬਚਾ ਲਿਆ। ਠੀਕ ਹੈ, ਨੈਕਸਟ ਹੈਗਾ ਸਾਡਾ ਬੱਚੇ ਕਿ ਕੁੱਤੇ ਭੌਂਕੇ ਬੱਦਲ ਗੱਜੇ। ਠੀਕ ਹੈ, ਕੁੱਤੇ ਭੌਂਕੇ ਬੱਦਲ ਗੱਜੇ, ਉਹ ਨਾ ਵੱਡੇ ਨਾ ਉਹ ਵਸੇ। ਸੋ ਇਹ ਅਖਾਣ ਬਹੁਤ ਰੌਲਾ ਪਾਉਣ ਵਾਲੇ ਅਤੇ ਕੰਮ ਕੁਝ ਨਾ ਕਰਨ ਵਾਲੇ ਲਈ ਵਰਤੀ ਜਾਂਦੀ ਹੈ। ਠੀਕ ਹੈ, ਇਹਦਾ ਆਪਾਂ ਉੱਤਰ ਬਣਾਵਾਂਗੇ ਕਿ ਰਾਜਨੀਤਿਕ ਲੀਡਰ ਭਾਸ਼ਣ ਬਹੁਤ ਦਿੰਦੇ ਹਨ ਅਤੇ ਲੋਕ ਹਿੱਤ ਦੀਆਂ ਗੱਲਾਂ ਵੀ ਬਹੁਤ ਕਰਦੇ ਹਨ ਪਰ ਕੁਝ ਕਰਦੇ ਨਹੀਂ। ਸਿਆਣੇ ਠੀਕ ਕਹਿੰਦੇ ਹਨ, ਕੁੱਤੇ ਭੌਂਕੇ ਬੱਦਲ ਗੱਜੇ, ਨਾ ਉਹ ਵੱਡੇ ਨਾ ਉਹ ਵਸੇ। ਠੀਕ ਹੈ, ਨੈਕਸਟ ਬੱਚੇ ਦੇਖੋ 9ਵਾਂ ਹੈਗਾ, ਤੁਹਾਨੂੰ 3 ਕਵਿਤਾ ਦਿੱਤੀ ਹੋਈ ਹੈ, ਕਿਸੇ ਇੱਕ ਕਵਿਤਾ ਦਾ ਕੇਂਦਰੀ ਭਾਵ ਲਿਖਣਾ ਹੈ। ਠੀਕ ਹੈ, ਐਵੇਂ ਨਾ ਬੁੱਤਾਂ 'ਤੇ ਡੋਲੀ ਜਾ ਪਾਣੀ, ਸੁਰਜੀਤ ਪਾਤਰ, ਤਾਜ ਮਹਿਲ, ਪ੍ਰੋਫੈਸਰ ਮੋਹਨ ਸਿੰਘ ਵਾਰਿਸ ਸ਼ਾਹ, ਅੰਮ੍ਰਿਤਾ ਪ੍ਰੀਤਮ। ਠੀਕ ਹੈ, ਇਹਨਾਂ ਤਿੰਨਾਂ ਵਿੱਚ ਤੁਸੀਂ ਇੱਕ ਕਰਨਾ ਹੈ। ਚਲੋ ਆਪਾਂ ਦੇਖਦੇ ਹਾਂ ਕਿਹੜਾ ਈਜ਼ੀ ਹੈ, ਉਹ ਕਰ ਲਿਓ। ਭਾਵ ਕੇਂਦਰੀ ਭਾਵ ਫਸਟ ਵਨ ਹੈਗਾ, ਐਵੇਂ ਨਾ ਬੁੱਤਾਂ 'ਤੇ ਡੋਲੀ ਜਾ ਪਾਣੀ ਦਾ ਕੇਂਦਰੀ ਭਾਵ ਲਿਖਣਾ ਹੈ। ਸੋ ਇਹਦਾ ਉੱਤਰ ਹੈਗਾ ਕਿ ਐਵੇਂ ਨਾ ਬੁੱਤਾਂ 'ਤੇ ਡੋਲੀ ਜਾ ਪਾਣੀ ਕਵਿਤਾ ਸੁਰਜੀਤ ਪਾਤਰ ਦੀ ਰਚਨਾ ਹੈ। ਇਸ ਦਾ ਕੇਂਦਰੀ ਭਾਵ ਇਹ ਹੈ ਕਿ ਪਾਣੀ ਦਾ ਰੁੱਖਾਂ ਅਤੇ ਜੀਵਨ ਨਾਲ ਡੂੰਘਾ ਸੰਬੰਧ ਹੈ। ਇਸ ਨੂੰ ਐਵੇਂ ਨਹੀਂ ਗਵਾਉਣਾ ਚਾਹੀਦਾ, ਪਾਣੀ ਦਾ ਸੰਕਟ ਜੀਵਨ ਲਈ ਘਾਤਕ ਹੋਵੇਗਾ। ਈਜ਼ੀ ਹੈ ਨਾ। ਠੀਕ ਹੈ, ਨੈਕਸਟ ਦੇਖੋ, ਦੋਵਾਂ ਵਿੱਚ ਤੁਸੀਂ ਕੋਈ ਇੱਕ ਕਰਨਾ ਹੈ। ਨੈਕਸਟ ਹੈਗਾ ਸਾਡਾ ਤਾਜ ਮਹਿਲ ਕਵਿਤਾ ਦਾ ਕੇਂਦਰੀ ਭਾਵ। ਸੋ ਤਾਜ ਮਹਿਲ ਕਵਿਤਾ ਪ੍ਰੋਫੈਸਰ ਪੂਰਨ ਸਿੰਘ ਦੀ ਪ੍ਰੋਫੈਸਰ ਮੋਹਨ ਸਿੰਘ ਦੀ ਲਿਖੀ ਹੋਈ ਪ੍ਰਗਤੀਵਾਦੀ ਕਵਿਤਾ ਹੈ। ਇਸ ਦਾ ਕੇਂਦਰੀ ਭਾਵ ਇਹ ਹੈ, ਕਹਿੰਦੇ ਤਾਜ ਮਹਿਲ ਸਧਾਰਨ ਨਜ਼ਰ ਨੂੰ ਬਹੁਤ ਸੋਹਣਾ ਲੱਗਦਾ ਹੈ ਪਰ ਇਸ ਦੀ ਉਸਾਰੀ ਲੱਖਾਂ ਰੋਂਦੇ ਕੁਰਲਾਉਂਦੇ ਮਜ਼ਦੂਰਾਂ ਅਤੇ ਮਜ਼ਦੂਰਨੀਆਂ ਤੋਂ ਜਬਰੀ ਵਗਾਰ ਕਰਵਾ ਕੇ ਕਰਵਾਈ ਗਈ ਹੈ। ਇਸ ਕਰਕੇ ਅਜਿਹੇ ਹੁਸਨ ਨੂੰ ਸੱਚਮੁੱਚ ਦਾ ਹੁਸਨ ਨਹੀਂ ਕਿਹਾ ਜਾ ਸਕਦਾ, ਸਗੋਂ ਇਹ ਇੱਕ ਧੋਖਾ ਹੈ। ਓ ਮਾਈ ਗੋਡ, ਕਿਸੇ ਦਿਲ ਟੁੱਟੇ ਆਸ਼ਿਕ ਨੇ ਲਿਖਿਆ ਹੋਣਾ ਪੱਕਾ ਇਹ ਤਾਜ ਮਹਿਲ ਕੇਂਦਰੀ ਭਾਵ, ਕਿਉਂਕਿ ਉਹਨੂੰ ਤਾਜ ਮਹਿਲ ਤੋਂ ਬਹੁਤ ਨਫ਼ਰਤ ਹੈ। ਕਵਿਤਾ ਪੜ੍ਹ ਕੇ ਦੇਖਿਓ। ਸੋ ਨੈਕਸਟ ਹੈਗਾ ਬੱਚਿਓ ਵਾਰਿਸ ਸ਼ਾਹ ਕਵਿਤਾ ਦਾ ਕੇਂਦਰੀ ਭਾਵ। ਠੀਕ ਹੈ, ਸੋ ਅੱਗੇ ਕਹਿੰਦੇ ਵਾਰਿਸ ਸ਼ਾਹ ਕਵਿਤਾ ਅੰਮ੍ਰਿਤਾ ਪ੍ਰੀਤਮ ਦੀ ਰਚਨਾ ਹੈ। ਇਸ ਦਾ ਕੇਂਦਰੀ ਭਾਵ ਹੇਠ ਲਿਖੇ ਅਨੁਸਾਰ ਹਨ। ਕਹਿੰਦੇ 1947 ਦੇ ਫਿਰਕੂ ਫਸਾਦ ਨੇ ਪੰਜਾਬ ਦੀ ਧਰਤੀ ਦੇ ਚੱਪੇ ਚੱਪੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ, ਜਿਸ ਕਰਕੇ ਇੱਥੋਂ ਦੇ ਪ੍ਰੇਮ ਪਿਆਰ ਦੀਆਂ ਗੱਲਾਂ ਖਤਮ ਹੋ ਗਈਆਂ। ਠੀਕ ਹੈ, ਪੰਜਾਬੀ ਸੱਭਿਆਚਾਰ ਰੁੱਲ ਗਿਆ ਅਤੇ ਪੰਜਾਬੀ ਨੌਜਵਾਨ ਪ੍ਰੀਤ ਨੂੰ ਭੁੱਲ ਕੇ ਇਸਤਰੀਆਂ ਉੱਪਰ ਜ਼ੁਲਮ ਢਾਉਣ ਲੱਗੇ। ਹੈ ਨੈਕਸਟ ਬੱਚੇ ਲਾਸਟ 10ਵਾਂ, ਕਿਸੇ ਇੱਕ ਕਹਾਣੀ ਦਾ ਸਾਰ ਲਿਖਣਾ ਹੈ, ਆਪਣਾ ਦੇਸ਼ ਜਾਂ ਘਰ ਜਾਂ ਆਪਣੇ। ਠੀਕ ਹੈ, ਸੋ ਤੁਸੀਂ ਇੱਕ ਵਾਰੀ ਜ਼ਰੂਰ ਰੀਡ ਕਰ ਲਿਓ, ਜਿਹੜਾ ਤੁਹਾਨੂੰ ਈਜ਼ੀ ਲੱਗਦਾ ਉਹ ਕਰ ਲਿਓ। ਠੀਕ ਹੈ, ਚਲੋ ਆਪਾਂ ਇਹਦਾ ਸੋਲਿਊਸ਼ਨ ਦੇਖਦੇ ਹਾਂ। ਆਪਣਾ ਦੇਸ਼ ਲਿਖ ਲਓ ਜਾਂ ਆਪਣਾ ਦੇਸ਼ ਦੀ ਜਗ੍ਹਾ 'ਤੇ ਤੁਸੀਂ ਘਰ ਜਾਂ ਆਪਣੇ ਵੀ ਲਿਖ ਸਕਦੇ ਆ। ਠੀਕ ਹੈ, ਓਕੇ। ਸੋ ਦੋਨਾਂ ਵਿੱਚ ਤੁਸੀਂ ਕਿਹੜਾ ਲਿਖਣਾ ਆ ਇੱਕ ਵਾਰੀ ਰੀਡ ਕਰਕੇ ਦੇਖ ਲਓ, ਜਿਹੜਾ ਵਧੀਆ ਲੱਗੇ ਉਹ ਲਿਖ ਕੇ ਆ ਜਾਓ। ਠੀਕ ਹੈ ਬੱਚਿਓ, ਸੋ ਦੇਖੋ ਆਪਣਾ ਦੇਸ਼ ਪੜ੍ਹਦੇ ਹਾਂ ਇੱਕ ਵਾਰੀ। ਠੀਕ ਹੈ, ਕਿ ਆਪਣਾ ਦੇਸ਼ ਕਹਾਣੀ ਨੂੰ ਸੰਖੇਪ ਕਰਕੇ ਆਪਣੇ ਸ਼ਬਦਾਂ ਵਿੱਚ ਲਿਖਣਾ ਹੈ। ਤੁਸੀਂ ਸੰਖੇਪ ਕਰਕੇ ਲਿਖਣਾ ਹੈ। ਠੀਕ ਹੈ, ਜੋ ਜ਼ਿਆਦਾ ਟੈਨਸ਼ਨ ਨਹੀਂ ਲੈਣਾ, ਇੱਕ ਵਾਰੀ ਪੜ੍ਹ ਲਓ, ਜਿੰਨਾ ਕੁ ਯਾਦ ਰਹਿ ਗਿਆ ਉਨਾ ਕੁ ਲਿਖ ਦਿਓ। ਸੋ ਦੇਖੋ ਬੱਚੇ ਕੀ ਲਿਖਿਆ ਹੈ ਕਿ ਆਪਣਾ ਦੇਸ਼ ਕਹਾਣੀ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਸੰਤੋਖ ਸਿੰਘ ਧੀਰ ਦੀ ਰਚਨਾ ਹੈ। ਇਸ ਕਹਾਣੀ ਵਿੱਚ ਲੇਖਕ ਨੇ ਅਜੋਕੇ ਯੁੱਗ ਵਿੱਚ ਦੇਸ਼ ਪ੍ਰੇਮ ਦੀ ਭਾਵਨਾ ਨੂੰ ਨਿਵੇਕਲੇ ਢੰਗ ਨਾਲ ਪੇਸ਼ ਕੀਤਾ ਹੈ। ਲੇਖਕ ਦੱਸਦਾ ਹੈ ਕਿ ਕਿਸੇ ਵਿਅਕਤੀ ਨੂੰ ਉਹ ਦੇਸ਼ ਹੀ ਆਪਣਾ ਲੱਗਦਾ ਹੈ ਜਿੱਥੇ ਉਹ ਜੰਮਿਆ ਪਲਿਆ ਅਤੇ ਰਿਹਾ ਹੁੰਦਾ ਹੈ ਅਤੇ ਦੇਸ਼ ਨਾਲ ਉਸ ਦਾ ਭਾਵ ਸਾਂਝ ਹੁੰਦੀ ਹੈ। ਠੀਕ ਹੈ, ਸੋ ਅੱਗੇ ਦੇਖੋ ਕਹਾਣੀ ਵਿੱਚ ਅਸੀਂ ਦੇਖਦੇ ਹਾਂ ਕਿ ਦੋ ਭਰਾ 16 ਸਾਲ ਪਹਿਲਾਂ ਜਦੋਂ ਉਹ 1 ਅਤੇ 2 ਸਾਲ ਦੇ ਸਨ ਆਪਣੇ ਮਾਤਾ ਪਿਤਾ ਨਾਲ ਕੈਨੇਡਾ ਚਲੇ ਗਏ। ਉਹਨਾਂ ਦਾ ਪਿਤਾ ਨਿਰੰਜਨ ਸਿੰਘ ਉਹਨਾਂ ਨੂੰ ਭਾਰਤ ਲੈ ਕੇ ਆਇਆ
ਤਾਂ ਜੋ ਉਹ ਆਪਣੇ ਦੇਸ਼ ਨੂੰ ਦੇਖ ਸਕਣ, ਕਿਉਂਕਿ ਉਹ ਕੇਵਲ ਜਨਮ ਹੀ ਇੱਥੇ ਲਿਆ ਸੀ, ਪਰ ਉਹਨਾਂ ਦਾ ਲਗਾਓ ਕੈਨੇਡਾ ਦੀ ਧਰਤੀ ਉੱਤੇ ਉੱਥੇ ਦੇ ਵਾਤਾਵਰਨ ਨਾਲ ਸੀ। ਕੈਨੇਡਾ ਵਿੱਚ ਉਹਨਾਂ ਦੇ ਘਰ ਪੰਜਾਬੀ ਬੋਲੀ ਜਾਂਦੀ ਸੀ, ਪਰ ਉਹਨਾਂ ਦਾ ਲੱਭੋ ਲਹਿਜ਼ਾ ਅੰਗਰੇਜ਼ੀ ਦਾ ਹੀ ਸੀ। ਸਾਡੇ ਪੰਜਾਬੀਆਂ ਵਿੱਚ ਆਮ ਵਰਤੇ ਜਾਣ ਵਾਲੇ ਸ਼ਬਦ ਮੇਜ਼, ਬਾਰੀ, ਬੂਹਾ ਆਦਿ ਦੀ ਸਮਝ ਤੋਂ ਬਾਹਰ ਸਨ, ਉਹਨਾਂ ਦੀ ਸਮਝ ਤੋਂ ਬਾਹਰ ਸੀ। ਠੀਕ ਹੈ, ਅੱਗੇ ਦੇਖੋ ਬੱਚੇ, ਅੱਗੇ ਕਹਿੰਦੇ ਕਿ ਨਿਰੰਜਨ ਸਿੰਘ ਪੜ੍ਹਿਆ ਲਿਖਿਆ, ਸੂਝਵਾਨ ਅਤੇ ਅਗਾਂਹ ਵਧੂ ਵਿਅਕਤੀ ਸੀ। ਉਹ ਇੱਥੇ ਟੀਚਰ ਲੱਗਾ ਹੋਇਆ ਸੀ। ਉਹ ਚੰਗੇ ਜੀਵਨ ਲਈ ਨੌਕਰੀ ਛੱਡ ਕੇ ਕੈਨੇਡਾ ਚਲਾ ਗਿਆ ਅਤੇ ਅੱਜ ਕੱਲ੍ਹ ਉਹ ਵੈਨਕੂਵਰ ਵਿੱਚ ਰਹਿ ਰਿਹਾ ਸੀ। ਆਪ ਤਾਂ ਉਹ ਪੂਰਾ ਪੰਜਾਬੀ ਸੀ, ਪਰ ਉਸ ਨੂੰ ਆਪਣੇ ਪੁੱਤਰਾਂ ਬਾਰੇ ਚਿੰਤਾ ਲੱਗੀ ਰਹਿੰਦੀ ਸੀ, ਜਿਹੜੀ ਕਿ ਉੱਥੇ ਰਹਿੰਦੇ ਸਾਰੇ ਪੰਜਾਬੀਆਂ ਦੀ ਸਾਂਝੀ ਸੀ। ਉਹ ਆਪਣੇ ਪੁੱਤਰਾਂ ਨੂੰ ਭਾਰਤ ਜਾਂ ਪੰਜਾਬ ਬਾਰੇ ਉਹ ਸਭ ਕੁਝ ਦੱਸਦਾ ਰਹਿੰਦਾ ਸੀ ਜੋ ਉਹਨਾਂ ਲਈ ਜ਼ਰੂਰੀ ਸੀ। ਉਹਨਾਂ ਨੇ ਉਹਨਾਂ ਨੂੰ ਰਾਮਾਇਣ, ਮਹਾਭਾਰਤ, ਗੁਰੂ ਗ੍ਰੰਥ ਸਾਹਿਬ ਬਾਰੇ ਦੱਸਣ ਤੋਂ ਇਲਾਵਾ ਪੰਜਾਬ ਦੀ ਧਰਤੀ ਪਾਕਿਸਤਾਨ ਦੇ ਨਾਲ ਵੱਖ ਹੋਣ, ਠੀਕ ਹੈ, ਵੱਖ ਹੋਣ ਅਤੇ ਦਰਿਆਵਾਂ ਦੇ ਪੰਜਾਂ ਤੋਂ ਦੋ ਰਹਿ ਜਾਣ ਬਾਰੇ ਵੀ ਦੱਸਿਆ ਹੋਇਆ ਸੀਗਾ। ਮਤਲਬ ਕਿ ਸਾਰਾ ਕੁਝ ਦੱਸਿਆ ਹੋਇਆ ਸੀ ਉਹਨੇ ਆਪਣੇ ਬੱਚਿਆਂ ਨੂੰ। ਓਕੇ, ਸੋ ਯਾਰ ਕਹਾਣੀ ਤਾਂ ਬਹੁਤ ਹੀ ਲੰਬੀ ਹੈ, ਇੱਕ ਵਾਰੀ ਤੁਸੀਂ ਆਪੇ ਹੀ ਪੜ੍ਹ ਲਿਓ, ਵੀਡੀਓ ਨੂੰ ਪੌਜ਼ ਕਰਕੇ ਨਾ ਚੰਗੀ ਤਰ੍ਹਾਂ ਪੜ੍ਹ ਲਓ, ਕਿਉਂਕਿ ਵੀਡੀਓ ਬਹੁਤ ਲੰਬੀ ਬਣ ਜਾਣੀ ਹੈ, ਅਪਲੋਡ ਕਰਨ ਵਿੱਚ ਵੀ ਟਾਈਮ ਲੱਗਣਾ ਹੈ। ਸੋ ਬੱਚਿਓ ਇੱਕ ਵਾਰੀ ਚੰਗੀ ਤਰ੍ਹਾਂ ਇਸ ਨੂੰ ਪੜ੍ਹ ਲਓ, ਕਿਉਂਕਿ ਸਾਰੀ ਹੈ, ਤੁਸੀਂ ਬੁੱਕ ਤੋਂ ਵੀ ਪੜ੍ਹ ਸਕਦੇ ਆ। ਠੀਕ ਹੈ, ਸੋ ਵੀਡੀਓ ਨੂੰ ਪੌਜ਼ ਕਰਕੇ ਪੜ੍ਹ ਲਿਓ। ਸੋ ਕੀਪ ਲਰਨਿੰਗ, ਕੀਪ ਸਮਾਈਲਿੰਗ ਬੱਚਿਓ। ਵੀਡੀਓ ਨੂੰ ਜ਼ਰੂਰ ਲਾਈਕ ਕਰ ਦਿਓ, ਠੀਕ ਹੈ, ਆਪਣੇ ਦੋਸਤਾਂ ਨਾਲ ਸ਼ੇਅਰ ਕਰ ਦਿਓ, ਐਂਡ ਚੈਨਲ ਨੂੰ ਸਬਸਕ੍ਰਾਈਬ ਕਿਉਂ ਨਹੀਂ ਕਰਦੇ, ਸਬਸਕ੍ਰਾਈਬ ਜ਼ਰੂਰ ਕਰ ਲਿਓ। ਠੀਕ ਹੈ, ਨੈਕਸਟ ਬੱਚੇ ਦੇਖੋ ਘਰ ਜਾ ਆਪਣੇ, ਇਹ ਵੀ ਕਹਾਣੀ ਈਜ਼ੀ ਹੈ, ਇਹ ਵੀ ਤੁਸੀਂ ਇੱਕ ਵਾਰੀ ਪੜ੍ਹ ਲਿਓ। ਠੀਕ ਹੈ, ਦੇਖੋ ਸੋ ਪੇਪਰ ਧਿਆਨ ਨਾਲ ਕਰਕੇ ਆਇਓ। ਸੋ ਇੱਥੇ ਖਤਮ ਹੋ ਜਾਂਦਾ ਹੈ। ਸੋ ਕੀਪ ਲਰਨਿੰਗ, ਕੀਪ ਸਮਾਈਲਿੰਗ।